श्री नानक पुरुषोत्तम परम परावर नाथ। युगल चरण मम बंदना तर पर तर कर माथ। गुरु नानक पाद पंकज पाद पंकज सिमरो अंगद दोख निकंदन। अमरदास गुर हृदय त्यागो। श्री गुरु रामदास गुण गावो। गुरु अर्जन बिगनन के नासक बिगनन के नासक। श्री गुरु हर गोबिंद शुभ सुमत प्रकाशक। गुरु हर राय नमोकार नमोकार श्री हर कृष्ण मनाए। तेग बहादुर परम कृपाला परम कृपाला। श्री गुरु गोबिंद सिंह विसाला। तरों तरा पर पुन पुन सीसा पुन पुन सीसा। बंदों बार बार जगदीसा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एकंकारा सतगुरु तेह प्रसाद सच होए। वाहेगुरु जी की फतेह। विघ्न विनाशन सोए। वाहेगुरु जी की फतेह। विघ्न विनाशन सोए। सतनाम श्री वाहेगुरु साहिब जी। कबित नित ही भगत रत नाम कीनो मृत चित। संतन सोहित अत संत सिंह नाम है। सो जन दयाल धीर धर्म विसार धर। जास वैस बाल हूँ ते भजन सो काम है। नित ही भगत रत नाम कीनो मृत चित। वाहेगुरु जी का खालसा वाहेगुरु जी की फतेह। सच्चे पातशाह चबर छतर तख्त दे मालिक जागदी जोत किरपा दे सागर धन साहिब श्री गुरु ग्रंथ साहिब जी महाराज
ਹਜ਼ੂਰ ਦੀ ਪਰਮ ਦਿਆਲਤਾ ਸਦਕਾ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਜਨਮ ਦੇ ਸਫਲ ਕਰਨ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਅੰਮ੍ਰਿਤ ਜਸ ਕਵੀ ਭਾਈ ਸੰਤੋਖ ਸਿੰਘ ਜੀ ਜਿਵੇਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਵਿੱਚ ਮੰਗਲਾਚਰਨ ਕਰਦੇ ਹੋਏ ਕਰ ਰਹੇ ਹਨ। ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਪੰਥ ਵਾਲੀ ਅੰਮ੍ਰਿਤ ਦੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਮਨਾਉਂਦਿਆਂ ਹੋਇਆਂ ਕਵਿਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਦਾ ਜੋ ਧਿਆਨ ਵਿੱਚ ਦਰਸ਼ਨ ਕੀਤਾ ਹੈ, ਉਸ ਧਿਆਨ ਦੀ ਤਸਵੀਰ ਆਪਣੀ ਕਵਿਤਾ ਵਿੱਚ ਕਵਿਰਾਜ ਜੀ ਨੇ ਬਣਾਈ ਹੈ। ਸੱਚੇ ਪਾਤਸ਼ਾਹ ਦਾ ਕੈਸਾ ਰਾਜਿਆਂ ਵਰਗੀ ਸ਼ੋਭਾ ਵਾਲਾ ਸਰੂਪ ਹੈ, ਫਿਰ ਸਤਿਗੁਰੂ ਜੀ ਕੈਸਾ ਵੀਰ ਰਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਸਰੂਪ ਹੈ। ਮਹਾਰਾਜ ਜਦੋਂ ਨੀਲੇ ਘੋੜੇ ਤੇ ਸਵਾਰ ਹੁੰਦੇ ਹੈ, ਸੱਚੇ ਪਾਤਸ਼ਾਹ ਦਾ ਤਿਆਰ ਪਰ ਤਿਆਰ ਸਨੱਧ-ਬੱਧ ਸ਼ਸਤਰ ਲੱਗੇ ਹੋਏ ਸਜਿਆ ਹੋਇਆ ਕਮਰਕੱਸਾ ਹਜ਼ੂਰ ਦੇ ਪੱਥੇ ਵਿੱਚ ਅਣਗਿਣਤ ਪਏ ਹੋਏ ਤਿੱਖੇ ਤੀਰ, ਮਹਾਰਾਜ ਦੇ ਹਸਤ ਕਮਲਾਂ ਵਿੱਚ ਪਕੜਿਆ ਹੋਇਆ ਧਨੁਸ਼, ਹਜ਼ੂਰ ਦੇ ਗਲ ਵਿੱਚ ਪਈ ਹੋਈ ਸੁੱਚੇ ਮੋਤੀਆਂ ਦੀ ਮਾਲਾ, ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਸਜੀ ਹੋਈ ਪਵਿੱਤਰ ਦਸਤਾਰ, ਜਿਗ੍ਹਾ ਦੇ ਉੱਪਰ ਚਮਕਦੇ ਦਮਕਦੇ ਹੋਏ ਹੀਰੇ, ਹਜ਼ੂਰ ਦੇ ਉਸ ਜਿਗ੍ਹਾ ਦੇ ਉੱਤੇ ਸਜੀ ਹੋਈ ਉੱਚੀ ਕਲਗੀ ਸਾਹਿਬ ਜੋ ਹਵਾ ਦੇ ਰੁਮਕਣ ਨਾਲ ਉੱਡਦੀ ਹੈ, ਸੱਚੇ ਪਾਤਸ਼ਾਹ ਦੇ ਦਇਆ ਭਰੇ ਨੇਤਰ, ਰਸੀਲੇ ਪਵਿੱਤਰ ਨੇਤਰ ਜਿਨ੍ਹਾਂ ਨੇਤਰਾਂ ਤੋਂ ਅੰਮ੍ਰਿਤ ਵਰਦਾ ਏ। ਸਤਿਗੁਰੂ ਜੀ ਕਿਵੇਂ ਹੌਲੀ ਹੌਲੀ ਮੁਸਕਰਾਉਂਦੇ ਐ। ਆਕਾਸ਼ ਵਿੱਚ ਚਮਕਦੀ ਹੋਈ ਬਿਜਲੀ ਦੀ ਵੀ ਪ੍ਰਭਾ ਫਿੱਕੀ ਪੈ ਜਾਂਦੀ ਹੈ। ਐਸਾ ਸਤਿਗੁਰਾਂ ਜੀ ਦਾ ਮੁਸਕਰਾਹਟ ਭਰਿਆ ਚਿਹਰਾ ਹੈ। ਕਵਿਰਾਜ ਕਹਿੰਦੇ ਐ, ਮਹਾਰਾਜ ਆਪ ਦੀ ਉੱਚੀ ਝੂਲਦੀ ਹੋਈ ਕਲਗੀ ਤੋਂ ਮੇਰਾ ਮਨ ਕਰਦਾ ਮੈਂ ਆਪਣਾ ਆਪਾ ਕੁਰਬਾਨ ਕਰ ਦਿਆਂ। ਇਹ ਜਨਮ, ਇਹ ਸੀਸ ਆਪ ਦੇ ਚਰਨਾਂ ਵਿੱਚ ਭੇਟ ਚੜ੍ਹਾ ਦਿਆਂ। ਸੱਚੇ ਪਾਤਸ਼ਾਹ ਹੋਰ ਕੁਝ ਵੀ ਮੇਰੇ ਕੋਲ ਦੇਣ ਨੂੰ ਨਹੀਂ, ਅਸੀਂ ਤਾਂ ਆਪ ਦੇ ਦਰ ਦੇ ਮੰਗਤੇ ਹਾਂ। ਮਹਾਰਾਜ ਭਿਖਾਰੀ ਜਾਣ ਕਰਕੇ ਸਾਨੂੰ ਆਪਣੇ ਨਾਮ ਦੀ ਖੈਰ ਪਾਓ। ਸੱਚੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਇਆਂ ਕਵਿਰਾਜ ਜੀ ਨੇ ਵਾਕ ਕਹੇ ਹੈ ਕਿ ਗੁਰੂ कलंगीधर अवतार लियो है, हम जैसे गरीब निवाजन को। साडे वर्गे गरीबां नूं निवाजन वास्ते सच्चे पातशाह जी महाराज ने अवतार धारिया है। हजूर दे पवित्र दर्शन जो कविराज ध्यान विच करदे है, उस ध्यान की तस्वीर नूं अपनी कविता विच कविराज जी ने खिंचदियां होइयां ਸਰੋਤਿਆਂ ਨੂੰ ਮਹਾਰਾਜ ਜੀ ਦਾ ਇਹ ਦਰਸ਼ਨ ਕਰਵਾਇਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰੇ ਪ੍ਰੀਤਮ ਪਿਆਰੇ ਦਾ ਕਿਹੋ ਜਿਹਾ ਪਵਿੱਤਰ ਦਰਸ਼ਨ ਹੈ, ਜਿਸ ਦਰਸ਼ਨ ਨੂੰ ਵੇਖ ਕਰਕੇ ਸੈਦ ਖਾਂ ਦੇ ਹੱਥੋਂ ਤਲਵਾਰ ਛੁੱਟ ਗਈ ਸੀ, ਜਿਸ ਦਰਸ਼ਨ ਦੇ ਮੁਰੀਦ ਨੰਦ ਲਾਲ ਜੀ ਹੋ ਗਏ ਸਨ। ਐਸਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਦਰਸ਼ਨ गरीब निवास सच्चे पातशाह का जिन जिन दर्शन पाया है, चाहे ये सानू कविराज जी ने सरवण दर्शन ही कराए है, जिहड़े महाराज जी दे सरवण दर्शन ही करने ये भी बहुत धनता दे योग ने। सच्चे पातशाह जी महाराज का सरवण दर्शन भी जियां दे अंदरों
ਪਾਪਾਂ ਦਾ ਨਾਸ਼ ਕਰ ਦਿੰਦਾ ਏ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਵਡਿਆਈ ਕਰਦਿਆਂ ਹੋਇਆਂ ਕਵਿਰਾਜ ਹੁਣ ਆਪਣੇ ਵਿੱਦਿਆ ਦਾਤੇ ਦੇ ਚਰਨਾਂ ਨੂੰ ਮਨਾਉਂਦੇ ਹਨ, ਜਿਨ੍ਹਾਂ ਤੋਂ ਕਵਿਰਾਜ ਜੀ ਨੇ ਗੁਰਮਤਿ ਦੀ ਵਿੱਦਿਆ ਪੜ੍ਹੀ ਹੈ, ਗੁਰਮਤਿ ਦੇ ਅੱਖਰ ਸਿੱਖੇ ਹਨ, ਬ੍ਰਹਮ ਵਿੱਦਿਆ ਦੀ ਦਾਤ ਪ੍ਰਾਪਤ ਕੀਤੀ ਹੈ। ਉਹਨਾਂ ਦਾ ਕਵਿਰਾਜ ਜਿਵੇਂ ਜ਼ਿਕਰ ਕਰ ਰਹੇ ਨੇ, ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਨਿਤ ਹੀ ਭਗਤ ਰਤ ਨਾਮ ਕੀਨੋ ਬ੍ਰਿਤ ਚਿਤ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵਡਿਆਈ ਕਰਨ ਤੋਂ ਉਪਰੰਤ ਕਵਿਰਾਜ ਆਪਣੇ ਵਿੱਦਿਆ ਦਾਤੇ ਦੇ ਨਾਮ ਦਾ ਮੰਗਲਾਚਰਨ ਕਰਦੇ ਹੈ। ਉਹਨਾਂ ਦਾ ਨਾਮ ਇਸ ਕਵਿਤ ਦੇ ਅੰਦਰ ਕਵਿਰਾਜ ਆਪ ਲਿਖ ਰਹੇ ਹੈ। ਸੋ ਪੂਰੀ ਇਹ ਪੰਕਤੀ ਪੜ੍ਹ ਦਿਓ। ਨਿਤ ਹੀ ਭਗਤ ਰਤ ਨਾਮ ਕੀਨੋ ਬ੍ਰਿਤ ਚਿਤ। ਸੰਤਨ ਸੋਹਿਤ ਅਤ ਸੰਤ ਸਿੰਘ ਨਾਮ ਹੈ। ਸੰਤ ਸਿੰਘ ਨਾਮ ਹੈ। ਸ਼੍ਰੀਮਾਨ ਸੰਤ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਦਾ ਨਾਮ ਕਵਿਰਾਜ ਜੀ ਲਿਖ ਰਹੇ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ, ਦਮਦਮੀ ਟਕਸਾਲ ਦੇ ਪ੍ਰਮੁੱਖ ਸੇਵਾਦਾਰ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੇ ਭੌਰੇ। ਉਹਨਾਂ ਦਾ ਸੁਭਾਅ ਕੈਸਾ ਹੈ, ਉਹਨਾਂ ਦਾ ਰੋਜ਼ ਦਾ ਵਰਤਾਅ ਕੈਸਾ ਹੈ, ਇਹ ਕਵਿਰਾਜ ਆਪਣੇ ਵਿੱਦਿਆ ਦਾਤੇ ਦਾ ਸੁਭਾਅ ਦੱਸਦੇ ਹੈ। ਆਪਣੇ ਵਿੱਦਿਆ ਦਾਤੇ ਦੇ ਰੋਜ਼ ਦੀ ਕਰਨੀ ਦੱਸਦੇ ਹੈ। ਕਿਸ ਤਰ੍ਹਾਂ ਦਾ ਉਹਨਾਂ ਦਾ ਵਰਤ ਵਿਹਾਰ ਹੈ, ਫਰਮਾਉਂਦੇ ਹਨ। ਨਿਤ ਹੀ ਭਗਤ ਰਤ। ਨਿਤਾ ਪ੍ਰਤੀ ਪ੍ਰੇਮਾ ਭਗਤੀ ਦੇ ਅੰਦਰ ਉਹਨਾਂ ਦੀ ਰਤ ਪ੍ਰੀਤੀ ਹੈ। ਹਰ ਵੇਲੇ ਪ੍ਰੇਮਾ ਭਗਤੀ ਵਿੱਚ ਉਹਨਾਂ ਦਾ ਮਨ ਲੀਨ ਰਹਿੰਦਾ ਹੈ। ਇਹ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਦਾਤ ਹੈ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜੇ ਉਹਨਾਂ ਦੇ ਵੀ ਜੀਵਨ ਨੂੰ ਪੜ੍ਹੀਏ ਸੁਣੀਏ, ਸਦਾ ਆਪ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਰਹਿੰਦੇ। ਇਸ ਸੰਪਰਦਾ ਦੇ ਮੁਖੀ ਮਹਾਂਪੁਰਖ, ਉਹਨਾਂ ਦੀ ਇਹੀ ਰੀਤੀ ਰਹੀ ਹੈ, ਇਹ ਸੁਭਾਅ ਰਿਹਾ ਹੈ। ਉਹ ਪ੍ਰੇਮਾ ਭਗਤੀ ਵਿੱਚ ਰਤ ਪ੍ਰੇਮ ਕਰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਮਹਾਨ ਬਖਸ਼ਿਸ਼ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਉੱਪਰ ਕੀਤੀ, ਜੋ ਆਪ ਇੰਨੇ ਸੂਰਬੀਰ ਯੋਧੇ, ਤਲਵਾਰ ਦੇ ਧਨੀ, ਕਲਮ ਦੇ ਧਨੀ, ਨਾਮ ਦੇ ਰਸੀਏ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਚਰਨ ਛੋਹ ਜਿਨ੍ਹਾਂ ਨੂੰ ਪ੍ਰਾਪਤ, ਉਹਨਾਂ ਤੋਂ ਅੱਗੋਂ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਇਸ ਮਹਾਨ ਸੰਪਰਦਾ ਦੀ ਸੇਵਾ ਕਰਨ ਦਾ ਸੁਭਾਗ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਇਆ। ਇਹ ਸੀਨੇ ਬਸੀਨੇ ਚੱਲਦੀ ਆ ਰਹੀ ਸੰਪਰਦਾ ਵਿੱਚ ਸ਼੍ਰੀਮਾਨ ਸੰਤ ਗਿਆਨੀ ਸੰਤ ਸਿੰਘ ਜੀ ਇਸ ਸੰਪਰਦਾ ਦੇ ਮੁਖੀ ਹੋਏ, ਅਤੇ ਜਿਨ੍ਹਾਂ ਦਾ ਪ੍ਰੇਮਾ ਭਗਤੀ ਵਿੱਚ ਹਰ ਵੇਲੇ ਚਿੱਤ ਜੁੜਿਆ ਰਹਿੰਦਾ ਹੈ। ਰਤ ਪ੍ਰੀਤੀ ਹੈ ਉਹਨਾਂ ਦੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਵਿੱਚ। ਨਾਮ ਕੀਨੋ ਬ੍ਰਿਤ ਚਿਤ। ਨਾਮ ਨੂੰ ਉਹਨਾਂ ਨੇ ਆਪਣੇ ਚਿੱਤ ਦੀ ਬਿਰਤੀ ਵਿੱਚ ਹੀ ਧਾਰਨ ਕਰ ਲਿਆ ਹੈ। ਹਰ ਵੇਲੇ ਸਿਮਰਨ ਵਿੱਚ ਹੀ ਲੱਗੇ ਰਹਿੰਦੇ ਹੈ। ਨਾਮ ਤੋਂ ਬਿਨਾਂ ਹੋਰ ਕੋਈ ਵੀ ਕੰਮ ਵਿਹਾਰ ਵਿੱਚ, ਭਾਵੇਂ ਕਿ ਬਹੁਤ ਸਾਰੇ ਵਿਹਾਰ ਕਰਦੇ ਆ, ਉਹ ਸਰੀਰ ਕਰਕੇ ਕਵਿਰਾਜ ਜੀ ਆਪਣੇ ਵਿੱਦਿਆ ਦਾਤੇ ਦਾ ਸੁਭਾਅ ਦੱਸਦੇ ਹੈ ਕਿ ਬਹੁਤ ਸਾਰੇ ਕਾਰਜਾਂ ਨੂੰ ਕਰਦੇ ਹੈ। ਐਡੇ ਐਡੇ ਮਹਾਨ ਕਾਰਜ ਉਹਨਾਂ ਨੇ ਕੀਤੇ ਹੈ, ਜੋ ਅੱਜ ਵੀ ਪੰਥ ਦੇ ਅੰਦਰ ਬੜੇ ਜਿਹੜੇ ਆ ਉਹ ਸਲਾਹੇ ਜਾਂਦੇ ਹੈ। ਬਹੁਤ ਹੀ ਜਿਹੜੇ ਮਹਾਨ ਉਹ ਕਾਰਜ ਹਨ, ਕਵਿਰਾਜ ਕਹਿੰਦੇ ਹੈ, ਪਰ ਉਹਨਾਂ ਦੀ ਚਿੱਤ ਦੀ ਬਿਰਤੀ ਜਿਹੜੀ ਹੈ
ਹਰ ਵੇਲੇ ਸਿਮਰਨ ਵਿੱਚ ਲੀਨ ਰਹਿੰਦੀ ਹੈ। ਇਹ ਜਿਹੜੀਆਂ 5 ਪ੍ਰਕਾਰ ਦੀਆਂ ਚਿੱਤ ਦੀਆਂ ਬਿਰਤੀਆਂ ਹਨ ਨਾ, ਜੋ ਸੰਸਾਰਾਕਾਰ ਹੋਈਆਂ ਰਹਿੰਦੀਆਂ ਹਨ, ਇਸ ਪ੍ਰਕਾਰ ਉਹਨਾਂ ਨੇ ਆਪਣੀ ਚਿੱਤ ਦੀ ਬਿਰਤੀ ਵਿੱਚ ਨਾਮ ਹੀ ਧਾਰਨ ਕਰ ਲਿਆ, ਸਿਮਰਨ ਹੀ ਹਰ ਵੇਲੇ ਕਰਦੇ ਰਹਿੰਦੇ ਹੈ। ਹੋਰ ਕੋਈ ਵਿਹਾਰ ਜਿਹੜਾ ਨਾ, ਮਨ ਕਰਕੇ ਉਸ ਵਿਹਾਰ ਵਿੱਚ ਨਹੀਂ ਲੱਗਦੇ, ਮਨ ਕਰਕੇ ਸਦਾ ਭਜਨ ਵਿੱਚ ਜੁੜੇ ਰਹਿੰਦੇ ਹੈ, ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਸੰਤਨ ਸੋ ਹਿਤ ਅਤ ਤੇ ਫਿਰ ਸੰਤਾਂ ਨਾਲ, ਗੁਰਮੁਖਾਂ ਨਾਲ ਬਹੁਤ ਜ਼ਿਆਦਾ ਹਿਤ ਪ੍ਰੇਮ ਕਰਦੇ ਹੈ, ਨਾਮ ਰਸੀਆਂ ਨਾਲ ਬਹੁਤ ਪਿਆਰ ਕਰਦੇ ਹੈ, ਬਹੁਤ ਸ਼ਰਧਾ ਧਾਰ ਕੇ ਆਏ ਹੋਏ ਗੁਰਸਿੱਖਾਂ ਦੀ ਸੇਵਾ ਕਰਦੇ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਐਸੀ ਸਰਮੌਰ ਜਿਹੜੀ ਹੈ, ਉਹ ਜਿਹੜੀ ਥਾਂ ਹੈ, ਉਸ ਦੇ ਉੱਪਰ ਆਪ ਜੀ ਨੂੰ ਮਹਾਨ ਸੇਵਾ ਦਾ ਇਹ ਕਾਰਜ ਪ੍ਰਾਪਤ ਹੋਇਆ। ਤੇ ਨਿਮਰਤਾ ਵੀ ਕਿੱਡੀ ਵੱਡੀ ਹੈ ਕਿ ਹਰੇਕ ਆਏ ਹੋਏ ਗੁਰਸਿੱਖ ਦੀ ਬਹੁਤ ਪ੍ਰੀਤ ਲਾ ਕੇ ਸੇਵਾ ਕਰਦੇ ਹੈ। ਮਹਾਂਪੁਰਖਾਂ ਨਾਲ, ਸੰਤਾਂ ਨਾਲ ਬਹੁਤ ਜਿਨ੍ਹਾਂ ਦਾ ਹਿੱਤ ਪਿਆਰ ਹੈ। ਸੰਤ ਸਿੰਘ ਨਾਮ ਹੈ, ਉਹਨਾਂ ਦਾ ਨਾਮ ਸੰਤ ਸਿੰਘ ਹੈ। ਇਹ ਕਵੀਰਾਜ ਜੀ ਨੇ ਆਪਣੇ ਵਿਦਿਆ ਦਾਤੇ ਦਾ ਨਾਮ ਦੱਸਿਆ, ਜਿਨ੍ਹਾਂ ਤੋਂ ਕਵੀਰਾਜ ਕਹਿੰਦੇ ਮੈਂ ਵਿਦਿਆ ਪ੍ਰਾਪਤ ਕੀਤੀ ਹੈ। ਉਹਨਾਂ ਦਾ ਨਾਮ ਸ਼੍ਰੀਮਾਨ ਸੰਤ ਗਿਆਨੀ ਸੰਤ ਸਿੰਘ ਹੈ। ਸੋ ਜਨ ਦਿਆਲ ਧੀਰ ਫਿਰ ਹੋਰ ਉਹਨਾਂ ਦਾ ਸੁਭਾਅ ਕੈਸਾ ਹੈ, ਉਹ ਸੱਜਣਤਾਈ ਦੇ ਕਰਨ ਵਾਲੇ ਹੈ। ਹਰੇਕ ਨੂੰ ਇਉਂ ਲੱਗਦਾ ਹੈ ਕਿ ਜਿਵੇਂ ਮੇਰੇ ਨਾਲ ਹੀ ਬਹੁਤ ਪ੍ਰੇਮ ਕਰਦੇ ਹੈ ਗਿਆਨੀ ਸੰਤ ਸਿੰਘ ਜੀ। ਇਹੋ ਜਿਹਾ ਉਹਨਾਂ ਦਾ ਨਿਰਮਲ ਸੁਭਾਅ ਹੈ ਕਿ ਹਰੇਕ ਨੂੰ ਇਉਂ ਹੀ ਪ੍ਰਤੀਤ ਹੁੰਦਾ ਹੈ ਕਿ ਜੋ ਪ੍ਰੇਮ ਮੇਰੇ ਨਾਲ ਹੈ ਉਹ ਕਿਸੇ ਹੋਰ ਨਾਲ ਨਹੀਂ। ਸੋ ਜਨ ਭਲੇ ਪੁਰਸ਼ ਹਨ, ਇਸੇ ਪ੍ਰਕਾਰ ਹੀ ਸੋ ਜਨ ਦਿਆਲ ਧੀਰ ਫਿਰ ਦਇਆਲੂ ਹਨ, ਦਇਆ ਦੇ ਘਰ ਹਨ। ਜੇ ਕੋਈ ਦੁਖੀ ਉਹਨਾਂ ਕੋਲ ਆ ਜਾਂਦਾ ਹੈ ਤੇ ਉਹਦਾ ਦੁੱਖ ਮੇਟ ਦਿੰਦੇ ਹੈ। ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈ ਉਹ ਸਾਧਨ ਕਰਕੇ, ਕਿਸੇ ਸਿੰਘ ਦੀ ਡਿਊਟੀ ਲਾ ਕਰਕੇ ਆਏ ਹੋਏ ਦੀ ਬਿਪਤਾ ਨਿਵਰਤ ਕਰਦੇ ਹੈ। ਇਉਂ ਦਇਆ ਦੇ ਘਰ ਹਨ। ਕਿਸੇ ਦਾ ਦੁੱਖ ਵੇਖ ਕਰਕੇ ਉਹਨਾਂ ਕੋਲੋਂ ਜਰਿਆ ਨਹੀਂ ਜਾਂਦਾ, ਉਹਦਾ ਦੁੱਖ ਦੁਖੀ ਦਾ ਦੂਰ ਕਰਦੇ ਹੈ। ਤੇ ਇਸ ਪ੍ਰਕਾਰ ਧੀਰ ਤੇ ਧੀਰਜ ਧਾਰੀ ਹਨ। ਬਹੁਤ ਜ਼ਿਆਦਾ ਧੀਰਜ ਵਾਲਾ ਸੁਭਾਅ ਹੈ ਉਹਨਾਂ ਦਾ, ਕਦੇ ਉਹਨਾਂ ਦਾ ਚਿੱਤ ਕਾਲਾ ਨਹੀਂ ਪੈਂਦਾ। ਕਵੀਰਾਜ ਕਹਿੰਦੇ ਉਹਨਾਂ ਨੂੰ ਗੁੱਸੇ ਵਿੱਚ ਬੋਲਦਿਆਂ ਹੋਇਆਂ, ਕਾਹਲੀ ਨਾਲ ਬੋਲਦਿਆਂ ਹੋਇਆਂ ਕਦੇ ਨਹੀਂ ਵੇਖਿਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵਿਸ਼ੇਸ਼ ਕਿਰਪਾ ਹੈ। ਐਸੇ ਮਹਾਨ ਅਹੁਦਿਆਂ ਦੇ ਉੱਪਰ ਐਸੇ ਮਹਾਨ ਪੁਰਖ ਜਦੋਂ ਸੇਵਾ ਕਰਦੇ ਹੈ ਤਾਂ ਫਿਰ ਪੰਥ ਦੇ ਅੰਦਰ ਬਹੁਤ ਜਿਹੜਾ ਬਦਲਾਵ ਆਉਂਦਾ ਹੈ, ਬੜੀ ਚੜ੍ਹਦੀ ਕਲਾ ਹੁੰਦੀ ਹੈ। ਇਸ ਪ੍ਰਕਾਰ ਗਿਆਨੀ ਸੰਤ ਸਿੰਘ ਜੀ ਦਾ ਸੁਭਾਅ ਦੱਸਦੇ ਹੈ। ਧੀਰਜ ਧਾਰੀ ਹਨ। ਕਦੇ ਵੀ ਔਕੜ ਦਾ ਸਮਾਂ ਵੀ ਆਉਂਦਾ ਹੈ ਤੇ ਉਹਨਾਂ ਦੇ ਅੰਦਰੋਂ ਧੀਰਜ ਨਹੀਂ ਜਾਂਦੀ, ਸਦਾ ਧੀਰਜ ਦੇ ਸਹਿਤ ਰਹਿੰਦੇ ਹੈ। ਡਾਵਾਂ ਡੋਲ ਅਵਸਥਾ ਉਹਨਾਂ ਦੀ ਕਦਾਚਿਤ ਵੀ ਅਸੀਂ ਨਹੀਂ ਵੇਖੀ, ਸਦਾ ਧੀਰਜ ਦੇ ਸਹਿਤ ਉਹਨਾਂ ਨੂੰ ਵੇਖਿਆ ਏ। ਧਰਮ ਵਿਸਾਲ ਧਰ ਤੇ ਬਹੁਤ ਜ਼ਿਆਦਾ ਧਰਮ ਨੂੰ ਪਰਪੱਕਤਾ ਦੇ ਸਹਿਤ ਉਹਨਾਂ ਨੇ ਧਾਰਨ ਕੀਤਾ ਹੈ। ਜਿਸ ਗੱਲ ਵਿੱਚ ਧਰਮ ਜਿਹੜਾ ਹੈ ਉਹ ਘਟਦਾ ਹੋਵੇ ਜਾਂ ਧਰਮ ਨੂੰ ਹਾਨੀ ਪਹੁੰਚਦੀ ਹੋਵੇ, ਧਰਮ ਨੂੰ ਠੇਸ ਲੱਗਦੀ ਹੋਵੇ, ਉਸ ਕਾਰਜ ਨੂੰ ਉਹ ਉਸੇ ਵੇਲੇ ਦੂਰ ਕਰ ਦਿੰਦੇ ਆ। ਭਾਵ ਉਹ ਕਰਮ ਜਿਹੜਾ ਹੈ ਕਿਸੇ ਨੂੰ ਕਰਨ ਨਹੀਂ ਦਿੰਦੇ ਜਿਸ ਕਰਕੇ ਕਿ ਧਰਮ ਦੀ ਹਾਨੀ ਹੋਵੇ। ਧਰਮ ਨੂੰ ਪਰਪੱਕਤਾ ਦੇ ਨਾਲ ਉਹਨਾਂ ਨੇ ਆਪਣੇ ਅੰਦਰ ਧਾਰਨ ਕੀਤਾ ਹੋਇਆ ਹੈ। ਸਾਰੇ ਕਾਰਜਾਂ ਵਿੱਚ ਹੀ ਧਰਮ ਪ੍ਰਤੀਤ ਹੁੰਦਾ ਹੈ। ਇਹੋ ਜਿਹੇ ਉਹਨਾਂ ਦੇ ਸ਼ੁਭ ਕਾਰਜ ਹਨ। ਜਾਸ ਬੈਸ ਬਾਲ ਹੂੰ ਤੇ ਭਜਨ ਸੋ ਕਾਮ ਹੈ। ਇਉਂ ਲੱਗਦਾ ਹੈ ਕਿ ਜਿਨ੍ਹਾਂ ਨੂੰ ਗਿਆਨੀ ਸੰਤ ਸਿੰਘ ਜੀ ਨੂੰ ਬਾਲਕ ਉਮਰ ਤੋਂ ਹੀ ਜਿਵੇਂ ਭਜਨ ਦੇ ਨਾਲ ਹੀ ਕੰਮ ਹੁੰਦਾ ਹੈ, ਇੰਨਾ ਭਜਨ ਉਹਨਾਂ ਦੇ ਦ੍ਰਿੜ ਹੋ ਗਿਆ ਹੈ ਜੀਵਨ ਦੇ ਅੰਦਰ ਕਿ ਉਹਨਾਂ ਦੇ ਜੀਵਨ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਬਚਪਨ ਦੀ ਉਮਰ ਤੋਂ ਹੀ, ਜਦੋਂ ਤੋਂ ਉਹਨਾਂ ਦਾ ਜਨਮ ਹੋਇਆ ਹੈ, ਜਿਵੇਂ ਭਜਨ ਕਰਨ ਦੇ ਨਾਲ ਹੀ ਉਹਨਾਂ ਨੂੰ ਕੰਮ ਹੈ। ਘਿਓ ਦੇ ਘੜੇ ਕਿਉਂ ਨਾ ਮੂਧੇ ਹੋ ਜਾਣ, ਪਰ ਆਪਣੇ ਭਜਨ ਵਿੱਚ ਨਹੀਂ ਫਰਕ ਪੈਣ ਦਿੰਦੇ। ਇਹੋ ਜਿਹੇ ਨਿਜਮੀ ਹਨ, ਇਹੋ ਜਿਹੇ ਨਿਤਨੇਮੀ ਹਨ, ਇਹੋ ਜਿਹੇ ਮਹਾਰਾਜ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਹਨ ਮੇਰੇ ਗੁਰੂ ਜਨ, ਜਿਨ੍ਹਾਂ ਤੋਂ ਕਵੀਰਾਜ ਕਹਿੰਦੇ ਮੈਂ ਵਿਦਿਆ ਪੜ੍ਹੀ ਹੈ। ਇਉਂ ਲੱਗਦਾ ਜਿਵੇਂ ਬਾਲਕ ਉਮਰ ਤੋਂ ਹੀ ਉਹਨਾਂ ਦਾ ਭਜਨ ਦੇ ਨਾਲ ਹੀ ਕੰਮ ਹੈ।
ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਹੈ। ਜਾ ਕੇ ਚਰਨੋਦਕ ਕੀ ਬੂੰਦ ਮੈਂ ਬਦਨ ਪਾਏ। ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਨ੍ਹਾਂ ਦੇ ਚਰਨਾਂ ਕਮਲਾਂ ਦੀ ਅੰਮ੍ਰਿਤ ਬੂੰਦ ਆਪਣੇ ਮੁਖ ਵਿੱਚ ਪਾ ਕਰਕੇ ਸੁਮਤ ਸਦਨ ਭਇਓ। ਕਹਿੰਦੇ ਮੈਂ ਸਮਤ ਸ੍ਰੇਸ਼ਟ ਮਤ ਦਾ ਘਰ ਹੀ ਹੋ ਗਿਆ। ਇਹ ਕਵਿਰਾਜ ਜੀ ਕਹਿੰਦੇ, ਜਿਨ੍ਹਾਂ ਦੇ ਅੱਗੇ ਮੈਂ ਨਿਮਰਤਾ ਧਾਰ ਕਰਕੇ ਵਿਦਿਆ ਪੜ੍ਹੀ, ਉਹਨਾਂ ਨੇ ਬ੍ਰਹਮ ਵਿਦਿਆ ਦੀ ਜਿਹੜੀ ਬੂੰਦ ਸੀ ਨਾ ਕਣੀ, ਉਹ ਮੇਰੇ ਅੰਤःਕਰਨ ਰੂਪੀ ਮੁਖ ਵਿੱਚ ਪਾ ਦਿੱਤੀ ਤੇ ਸਾਰੀ ਸ੍ਰੇਸ਼ਟ ਮਤ ਦਾ ਮੈਂ ਘਰ ਹੀ ਬਣ ਗਿਆ। ਸਾਰੀ ਮਤ ਮੈਨੂੰ ਸੰਪੂਰਨ ਹੋ ਗਈ। ਆਤਮ ਵਿਸ਼ੈਣੀ ਬੁੱਧ ਮੈਨੂੰ ਉਹਨਾਂ ਦੀ ਸੇਵਾ ਕਰਕੇ ਪ੍ਰਾਪਤ ਹੋਈ। ਇਹ ਕਵਿਰਾਜ ਜੀ ਆਪਣੇ ਵਿਦਿਆ ਗੁਰੂ ਦੀ ਮਹਿਮਾ ਦੱਸ ਰਹੇ ਆ ਕਿ ਜਿਨ੍ਹਾਂ ਤੋਂ ਮੈਂ ਵਿਦਿਆ ਪ੍ਰਾਪਤ ਕੀਤੀ ਹੈ। ਇਸ ਪ੍ਰਕਾਰ ਇਹ ਸੰਕੇਤ ਮਿਲਦਾ ਹੈ ਕਿ ਕਵਿਰਾਜ ਜੀ ਨੇ ਗਿਆਨੀ ਸੰਤ ਸਿੰਘ ਜੀ ਦੀ ਸੰਗਤ ਵਿੱਚ ਰਹਿ ਕਰਕੇ ਹੀ ਅੰਮ੍ਰਿਤ ਪਾਨ ਕੀਤਾ ਹੈ, ਕਿਉਂਕਿ ਜਿੱਥੇ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਦੇ, ਉੱਥੇ ਨਾਨਾ ਪ੍ਰਕਾਰ ਦੀਆਂ ਆਪਨੇ ਹੋਰ ਵੀ ਸੇਵਾਵਾਂ ਨਿਭਾਈਆਂ। ਬਹੁਤ ਸਾਰੇ ਵਡਮੁੱਲੇ ਗ੍ਰੰਥ ਜਿਹੜੇ ਸੀ ਨਾ, ਉਹ ਵੀ ਆਪਨੇ ਸਿਰਜਣਾ ਕੀਤੇ, ਪਰ ਅਫਸੋਸ ਕਿ ਉਹ ਪੰਥ ਦੇ ਕੋਲ ਨਾ ਰਹਿ ਸਕੇ। ਉਹ ਗ੍ਰੰਥ ਜਿਹੜੇ ਸੀਗੇ, ਉਹ ਜਦੋਂ ਹੀਰਾ ਸਿੰਘ ਡੋਗਰਾ ਨੇ ਚੜ੍ਹਾਈ ਕੀਤੀ, ਜਦੋਂ ਆਪਾਂ ਆਰੰਭਤਾ ਕੀਤੀ ਸੀ, ਉਦੋਂ ਸਰਵਣ ਕੀਤਾ ਸੀਗਾ। ਉਸ ਸਮੇਂ ਗਿਆਨੀ ਸੰਤ ਸਿੰਘ ਜੀ ਦਾ ਜਿਹੜਾ ਪੁਸਤਕਾਲਿਆ ਸੀਗਾ, ਉਹ ਸਾਰਾ ਉਸਨੇ ਵਿਧਵੰਸ ਕਰ ਦਿੱਤਾ, ਸਾਰਾ ਨਾਸ਼ ਕਰ ਦਿੱਤਾ। ਇਸ ਪ੍ਰਕਾਰ ਗਿਆਨੀ ਸੰਤ ਸਿੰਘ ਜੀ ਦੇ ਜਿਹੜੇ ਸੁਭਾਅ ਦੇ ਬਾਰੇ ਕਵਿਰਾਜ ਦੱਸਦਿਆਂ ਹੋਇਆਂ ਕਿਹਾ ਕਿ ਉਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਮੈਨੂੰ ਨਾਮ ਅੰਮ੍ਰਿਤ ਪ੍ਰਾਪਤ ਹੋਇਆ। ਫਿਰ ਸਤਿਗੁਰੂ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ, ਕਿਉਂਕਿ ਆਪ ਜੀ ਅੰਮ੍ਰਿਤ ਸੰਚਾਰ ਕਰਕੇ ਆਇਆ ਹੋਇਆਂ ਜਗਿਆਸੂਆਂ ਨੂੰ ਅੰਮ੍ਰਿਤ ਦੀ ਦਾਤ ਵੀ ਬਖਸ਼ਿਸ਼ ਕਰਿਆ ਕਰਦੇ। ਇਸ ਪ੍ਰਕਾਰ ਕਵਿਰਾਜ ਕਹਿੰਦੇ ਆ, ਉਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਜਿੱਥੇ ਉਹਨਾਂ ਦੇ ਚਰਨਾਂ ਦੀ ਪ੍ਰੀਤ ਦੀ ਬੂੰਦ ਮੇਰੇ ਮੁਖ ਵਿੱਚ ਪਈ, ਉਥੇ ਨਾਮ ਅੰਮ੍ਰਿਤ ਦੀ ਬੂੰਦ ਵੀ ਉਹਨਾਂ ਨੇ ਸੰਗਤ ਬਖਸ਼ਿਸ਼ ਕਰਕੇ ਮੇਰੇ ਮੁਖ ਵਿੱਚ ਪਾ ਦਿੱਤੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਜਿਹੜਾ ਸੀ ਮੈਨੂੰ ਉਹਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੋਇਆ। ਤੇ ਫਿਰ ਕਹਿੰਦੇ ਨੇ, ਜਦੋਂ ਇਹ ਦਾਤਾਂ ਮੈਨੂੰ ਪ੍ਰਾਪਤ ਹੋਈਆਂ ਨਾ ਪੂਰਨ ਪੁਰਖ ਗਿਆਨੀ ਸੰਤ ਸਿੰਘ ਜੀ ਦੀ ਸੰਗਤ ਵਿੱਚੋਂ, ਤੇ ਮੇਰਾ ਜਿਹੜਾ ਅੰਦਰ ਸੀ ਉਹ ਪ੍ਰਕਾਸ਼ ਗਿਆ, ਸ੍ਰੇਸ਼ਟ ਮਤ ਦਾ ਮੈਨੂੰ ਘਰ ਬਣਾ ਦਿੱਤਾ। ਕਦਨ ਵਿਰਾਮ ਹੈ। ਤੇ ਇਸ ਪ੍ਰਕਾਰ ਜਿਹੜਾ ਵਿਰਾਮ ਕਹਿੰਦੇ ਆ, ਆਰਾਮ ਤੋਂ ਬਿਨਾਂ ਕਰ ਦੇਣਾ, ਭਾਵ ਆਲਸ ਤੋਂ ਬਿਨਾਂ ਕਰ ਦੇਣਾ। ਮੇਰਾ ਆਲਸ ਜਿਹੜਾ ਸੀ ਕਦਨ ਕੱਟ ਹੀ ਦਿੱਤਾ ਸਾਰਾ। ਇੰਨੀ ਅਣਥੱਕ ਮਿਹਨਤ ਦੀ ਜਿਹੜੀ ਕਵਿਰਾਜ ਜੀ ਨੇ ਜਿਹੜਾ ਇਹ ਸਿਹਰਾ ਬੰਨਿਆ ਨਾ, ਉਹ ਵੀ ਆਪਣੇ ਗੁਰੂ ਦੀ ਬਖਸ਼ਿਸ਼ ਦੇ ਉੱਪਰ ਬੰਨਿਆ ਹੈ ਕਿ ਹੈ ਮੇਰੇ ਵਿਦਿਆ ਗੁਰੂ ਦੀ ਇਹ ਕਿਰਪਾ ਮੇਰੇ ਤੇ ਹੋਈ ਹੈ। ਜਿਨ੍ਹਾਂ ਨੇ ਮੈਨੂੰ ਵਿਦਿਆ ਪੜ੍ਹਾਈ ਹੈ ਨਾ, ਉਹਨਾਂ ਨੇ ਮੇਰੇ ਅੰਦਰੋਂ ਆਲਸ ਹੀ ਕੱਟ ਦਿੱਤਾ। ਮੇਰੇ ਅੰਦਰੋਂ ਆਰਾਮ ਕਰਨ ਦੀ ਜਿਹੜੀ ਬਿਰਤੀ ਸੀ, ਸੁਭਾਅ ਸੀ, ਇਹ ਨਾਸ਼ ਹੀ ਕਰ ਦਿੱਤਾ। ਕਵਿਰਾਜ ਜੀ ਬਹੁਤ ਵੱਡੇ ਵੇਲੇ ਜਾਗ ਕੇ ਭਜਨ ਵਿੱਚ ਜੁੜਿਆ ਕਰਦੇ। ਫਿਰ ਭਜਨ ਤੋਂ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕਰਕੇ ਕਿੰਨਾ ਸਮਾਂ ਮਹਾਰਾਜ ਦੀ ਬਾਣੀ ਦਾ ਪਾਠ ਕਰਿਆ ਕਰਦੇ। ਆਪਾਂ ਸਰਵਣ ਕੀਤਾ ਸੀ, ਜਦੋਂ ਕਵਿਰਾਜ ਬਾਣੀ ਦਾ ਪਾਠ ਕਰਦੇ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ, ਤੇ ਆਪ ਦਾ ਚਿਹਰਾ ਲਾਲੋ ਲਾਲ ਨੂਰ ਦੇ ਨਾਲ ਭਖਦਾ ਹੁੰਦਾ। ਜਿਨ੍ਹਾਂ ਪ੍ਰੇਮੀਆਂ ਦਰਸ਼ਨ ਕੀਤੇ, ਜਦੋਂ ਉੱਠ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਚੋਂ ਬਾਹਰ ਆਇਆ ਕਰਦੇ, ਤੇ ਉਹਨਾਂ ਦੇ ਚਿਹਰੇ ਤੇ ਨਿਗਾਹ ਨਾ ਸੀ ਟਿਕਦੀ ਹੁੰਦੀ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪਿਆਰ ਕਰਨ ਵਾਲਿਆਂ ਨੂੰ ਐਡਾ ਪ੍ਰਤਾਪ ਦੇ ਦਿੰਦੇ ਐ। ਕਵਿਰਾਜ ਫਰਮਾਉਂਦੇ ਐ ਕਿ ਇਹ ਮੇਰੇ ਵਿਦਿਆ ਦਾਤੇ ਦੀ ਕਿਰਪਾ ਹੋਈ ਮੇਰੇ ਤੇ, ਐਡੀ ਵੱਡੀ ਮੇਰੇ ਤੇ ਬਖਸ਼ਿਸ਼ ਕੀਤੀ ਕਿ ਮੇਰਾ ਆਲਸ ਹੀ ਸਾਰਾ ਕੱਟ ਦਿੱਤਾ। ਤਾਂ ਕਰਕੇ ਅਣਥੱਕ ਮਿਹਨਤ ਕਰਕੇ ਇਹ ਸਤਿਗੁਰਾਂ ਜੀ ਦੀ ਸੇਵਾ ਮੈਨੂੰ ਪ੍ਰਾਪਤ ਹੋਈ। ਐਡੀ ਮਹਾਨ ਸੇਵਾ ਮੈਂ ਕਰ ਸਕਿਆ, ਇਹ ਮੇਰੇ ਵਿਦਿਆ ਦਾਤੇ ਨੇ ਮੇਰੇ ਤੇ ਕਿਰਪਾ ਕੀਤੀ ਹੈ। ਮੇਰਾ ਸਾਰਾ ਹੀ ਆਲਸ ਜਿਹੜਾ ਸੀ ਨਾ, ਆਰਾਮ ਕਰਨ ਦਾ ਸੁਭਾਅ, ਕਿਉਂਕਿ ਕਈ ਵਾਰੀ ਨਾ ਇਹ ਚਿੱਤ ਦਾ ਹੀ ਖਿਆਲ ਹੁੰਦਾ ਹੈ ਕਿ ਮੈਂ ਇੰਨਾ ਕੰਮ ਕਰ ਲਿਆ ਹੁਣ, ਤੇ ਹੁਣ ਥੋੜਾ ਆਰਾਮ ਕਰਨਾ ਚਾਹੀਦਾ ਹੈ। ਤੇ ਫਿਰ ਜੇ ਨਾ ਕਰੀਏ ਆਰਾਮ, ਤੇ ਉਹ ਸਰੀਰ ਉਵੇਂ ਥਕੇਵਾਂ ਮੰਨਦਾ ਰਹਿੰਦਾ ਹੈ। ਪਰ ਜਿਨ੍ਹਾਂ ਦੇ ਚਿੱਤ ਚੋਂ ਹੀ ਇਹ ਚੀਜ਼ ਨਿਕਲ ਗਈ ਹੈ, ਉਹ ਫਿਰ ਆਰਾਮ ਨਹੀਂ ਕਰਦੇ। ਉਹ ਤਾਂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਹੀ ਸਦਾ ਜੁੜੇ ਰਹਿੰਦੇ ਹੈ। ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ
ਜੇ ਉਹਨਾਂ ਦਾ ਵੀ ਜੀਵਨ ਪੜ੍ਹੀਏ ਨਾ, 8 ਸਾਲ ਉਹਨਾਂ ਨੇ ਇਸ ਸੰਪਰਦਾ ਦੀ ਮਹਾਨ ਸੇਵਾ ਕੀਤੀ ਤੇ ਰਾਤ ਦੇ ਉਹਨਾਂ ਨੂੰ 12-12 1-1 ਵੱਜ ਜਾਂਦੇ ਸੀਗੇ, ਸੌਣ ਦਾ ਸਮਾਂ ਨਹੀਂ ਸੀ ਮਿਲਦਾ। ਉਧਰੋਂ ਫਿਰ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਬਾਣੀ ਵਿੱਚ ਜੁੜ ਜਾਂਦੇ ਸੀ। ਐਸੀ ਅਣਥੱਕ ਮਿਹਨਤ ਉਹਨਾਂ ਨੇ ਕੀਤੀ। ਇਹ ਸੁਭਾਅ ਹੀ ਐਸਾ ਬਣ ਜਾਂਦਾ, ਜਦੋਂ ਨਾਮ ਦੇ ਵਿੱਚ ਪ੍ਰੀਤ ਜੁੜ ਜਾਵੇ ਫਿਰ ਉਹ ਆਰਾਮ ਨਹੀਂ ਕਰਕੇ ਬਹਿੰਦੇ। ਜਿਨ੍ਹਾਂ ਨੇ ਪਿਆਰ ਦੀ ਖਿੱਚ ਸੀਨੇ ਵਿੱਚ ਖਾ ਲਈ ਹੋਵੇ ਨਾ, ਉਹ ਫਿਰ ਆਰਾਮ ਨਾਲ ਨਹੀਂ ਬਹਿੰਦੇ। ਉਹ ਤਾਂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਆਪਣੇ ਸਵਾਸ, ਆਪਣੇ ਜਨਮ ਨੂੰ ਸਫਲਿਆਂ ਕਰਦੇ ਆ। ਕਵੀਰਾਜ ਜੀ ਕਹਿੰਦੇ, ਮੈਨੂੰ ਇਹ ਦਾਤ ਮੇਰੇ ਵਿਦਿਆ ਦਾਤੇ ਤੋਂ ਪ੍ਰਾਪਤ ਹੋਈ, ਜਿਨ੍ਹਾਂ ਨੇ ਮੈਨੂੰ ਸ੍ਰੇਸ਼ਟ ਮਤ ਦਾ ਘਾਰੀ ਬਣਾ ਦਿੱਤਾ ਅਤੇ ਮੇਰੇ ਅੰਦਰੋਂ ਆਲਸ ਨੂੰ ਕਦਨ ਕੱਟ ਦਿੱਤਾ। ਤਾਂ ਕਿ ਅਰਬਿੰਦ ਪਦ ਸੁੰਦਰ ਮੁਕੰਦ ਦੁੰਦ। ਜਿਹੜੇ ਮੇਰੇ ਵਿਦਿਆ ਗੁਰੂ ਜੀ ਦੇ, ਮੇਰੇ ਵਿਦਿਆ ਦਾਤੇ ਦੇ ਦੋਵੇਂ ਚਰਨ ਕਮਲ ਹਨ ਨਾ, ਉਹ ਬੜੇ ਸੁੰਦਰ ਨੇ। ਮੈਨੂੰ ਮੋਕਸ਼ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਮੇਰੇ ਵਿਦਿਆ ਗੁਰੂ ਦੇ ਚਰਨਾਂ ਦੀ ਸੇਵਾ ਕਰਕੇ। ਐਡਾ ਵੇਖੋ ਮਾਣ ਕਰਦੇ ਆ ਕਵੀਰਾਜ, ਐਡੀ ਵਡਿਆਈ ਕਰਦੇ ਆ ਜਿਨ੍ਹਾਂ ਕੋਲੋਂ ਅੱਖਰ ਸਿੱਖੇ ਹਨ, ਜਿਨ੍ਹਾਂ ਕੋਲੋਂ ਬ੍ਰਹਮ ਵਿਦਿਆ ਪੜ੍ਹੀ ਹੈ। ਕਹਿੰਦੇ ਐਸੇ ਮੇਰੇ ਜਿਹੜੇ ਗੁਰੂ ਹਨ, ਉਹਨਾਂ ਦੇ ਮੈਂ ਚਰਨਾਂ ਦੇ ਉੱਤੇ, ਜਿਨ੍ਹਾਂ ਤੋਂ ਮੈਂ ਵਿਦਿਆ ਪੜ੍ਹੀ ਹੈ, ਮੇਰੇ ਵਿਦਿਆ ਗੁਰੂ ਦੇ ਦੋਹਾਂ ਚਰਨਾਂ ਦੇ ਉੱਤੇ ਮੈਂ ਦੋਵੇਂ ਹੱਥ ਲਾ ਕਰਕੇ ਨਮਸਕਾਰ ਕਰਦਾ ਹਾਂ। ਬੰਦ ਕਰ ਬੰਦਨਾ ਸਦਾ ਮੈਂ ਸੁਖ ਧਾਮ ਹੈ। ਜੋ ਸਦਾ ਹੀ ਸੁੱਖਾਂ ਦੇ ਧਾਮ ਹਨ, ਸੁੱਖਾਂ ਦੇ ਘਰ ਹਨ ਗਿਆਨੀ ਸੰਤ ਸਿੰਘ ਜੀ, ਐਸੇ ਵਿਦਿਆ ਦਾਤੇ ਦੇ ਮੈਂ ਚਰਨਾਂ ਤੇ ਮੱਥਾ ਰੱਖ ਕਰਕੇ, ਦੋਵੇਂ ਹੱਥ ਜੋੜ ਕਰਕੇ ਆਪਣਾ ਮਸਤਕ ਉਹਨਾਂ ਦੇ ਚਰਨਾਂ ਤੇ ਲਾਉਂਦਾ ਹਾਂ। ਇਹ ਵੇਖੋ ਕਥਾ ਦੀ ਆਰੰਭਤਾ ਕਰਦਿਆਂ ਕਵੀਰਾਜ ਜੀ ਨੇ ਹੁਣ ਇਹ ਮਰਿਆਦਾ ਹੈ। ਜਿਹੜੇ ਉੱਤਮ ਪੁਰਸ਼ ਹੁੰਦੇ ਆ ਨਾ, ਉਹ ਮਰਿਆਦਾ ਨੂੰ ਮੁੱਖ ਰੱਖਦੇ ਆ, ਕਿਉਂਕਿ ਜਿਨ੍ਹਾਂ ਕੋਲੋਂ ਇਹ ਸਭ ਕੁਝ ਸਿੱਖਿਆ ਹੈ, ਵਿਦਿਆ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰੂ ਜੀ ਦਾ ਇਤਿਹਾਸ ਲਿਖਣ ਲੱਗੇ ਹੈ। ਤੇ ਫਿਰ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਮਨਾਇਆ ਹੈ, ਉੱਥੇ ਹੁਣ ਆਪਣੇ ਵਿਦਿਆ ਗੁਰੂ ਦੇ ਚਰਨਾਂ ਕਮਲਾਂ ਨੂੰ ਵੀ ਮਨਾਇਆ ਹੈ। ਇਹ ਮੰਗਲਾ ਚਰਨ ਕਵੀਰਾਜ ਜੀ ਨੇ, ਜਿਨ੍ਹਾਂ ਤੋਂ 4 ਅੱਖਰ ਸਿੱਖੇ ਹੈ, ਬ੍ਰਹਮ ਵਿਦਿਆ ਪੜ੍ਹੀ ਹੈ, ਉਹਨਾਂ ਦੇ ਜਿਹੜਾ ਸਤਿਕਾਰ ਵਿੱਚ ਇਹ ਮੰਗਲਾ ਚਰਨ ਕੀਤਾ ਹੈ ਕਿ ਉਹਨਾਂ ਦੇ ਸੁੰਦਰ ਚਰਨਾਂ ਦੇ ਉੱਤੇ ਦੋਵੇਂ ਹੱਥ ਲਾ ਕਰਕੇ ਮੈਂ ਨਮਸਕਾਰ ਕਰਦਾ ਹਾਂ, ਜੋ ਸੁੱਖ ਦਾ ਘਰ ਹਨ ਅਤੇ ਮੇਰੀ ਮੁਕਤੀ ਦਾ ਕਾਰਨ ਹਨ। ਕਿਉਂਕਿ ਉਹਨਾਂ ਨੇ ਮੈਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਪਿਆਰ ਲਾਇਆ ਹੈ। ਉਹਨਾਂ ਦੀ ਸੰਗਤ ਨਾਲ ਹੀ ਮੈਨੂੰ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਦੇ ਚਰਨੀ ਲਾਉਣ ਵਾਲੇ ਮੇਰੇ ਵਿਦਿਆ ਗੁਰੂ ਹਨ, ਜਿਨ੍ਹਾਂ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬੋਧ ਦਿੱਤਾ, ਪ੍ਰਕਾਸ਼ ਕਰ ਦਿੱਤਾ ਮੇਰੇ ਅੰਦਰ। ਦੋਹਰਾ ਵਾਹਿਗੁਰੂ ਸਤਨਾਮ ਕੋ। ਹੁਣ ਕਵੀਰਾਜ ਜੀ ਨਾਮ ਦਾ ਮੰਗਲਾ ਚਰਨ ਕਰਦੇ ਐ, ਤੋ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮਹਿਮਾ ਹੁਣ ਕਰਨਗੇ ਕਵੀਰਾਜ। ਤੋ ਇਹ ਨਾਮ ਦੇ ਮੰਗਲਾ ਚਰਨ ਹੁਣ ਚੱਲਣਗੇ। ਕਵੀਰਾਜ ਕਿਵੇਂ ਨਾਮ ਦੀ ਮਹਿਮਾ ਕਰਦੇ ਹਨ, ਸਰਵਣ ਕਰੀਏ। ਵਾਹਿਗੁਰੂ ਸਤਨਾਮ ਕੋ। ਕਹਿੰਦੇ ਵਾਹਿਗੁਰੂ ਜੋ ਸੱਚਾ ਨਾਮ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਜਿਹੜੇ ਹੈ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਸੱਚਾ ਹੈ ਨਾਮ, ਸਦਾ ਰਹਿਣ ਵਾਲਾ ਹੈ। ਵਾਹਿਗੁਰੂ ਜੋ ਵਾਹਿ ਅਸਚਰਜ ਹੈ, ਅਗਿਆਨਤਾ ਨੂੰ ਮੇਟ ਕਰਕੇ, ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਕੇ ਜੋ ਗਿਆਨ ਦਾ ਰੂਪ ਪ੍ਰਕਾਸ਼ ਰੌਸ਼ਨੀ ਕਰ ਦੇਣ ਵਾਲਾ ਨਾ, ਉਸ ਸੱਚੇ ਨਾਮ ਨੂੰ ਬੰਧਨ ਬਾਰੰਬਾਰ ਬਾਰ-ਬਾਰ ਨਮਸਕਾਰ ਹੈ, ਨਮਸਕਾਰ ਹੈ। ਵਾਹਿਗੁਰੂ ਮੰਤਰ ਨੂੰ ਮੱਥਾ ਟੇਕ ਰਹੇ ਕਵੀਰਾਜ ਜੀ। ਵਾਹਿਗੁਰੂ ਨਾਮ ਦੇ ਅਭਿਆਸੀ ਹਨ ਆਪ। ਆਪਣੀ ਸੁਰਤ ਵਿੱਚ ਨਾਮ ਨੂੰ ਧਾਰਨ ਕਰਕੇ ਕਵੀਰਾਜ ਜਪਦੇ ਐ। ਇਹੋ ਜਿਹੇ ਨਾਮ ਦੇ ਅਭਿਆਸੀ ਹਨ। ਕਵੀਰਾਜ ਜੀ ਨੇ ਜਦੋਂ ਨਾਮ ਅਭਿਆਸੀਆਂ ਦੀ ਬਾਬਤ ਲਿਖਿਆ ਨਾ, ਉੱਥੇ ਅਵਸਥਾਵਾਂ ਦੱਸਦੇ ਐ ਕਿ ਕਿਵੇਂ ਨਾਮ ਰੋਮ ਰੋਮ ਵਿੱਚ ਵਸ ਜਾਂਦਾ ਹੈ। ਕਵੀਰਾਜ ਦੀ ਆਪਣੀ ਇਹ ਅਵਸਥਾ ਹੈ ਕਿ ਰੋਮ ਰੋਮ ਨਾਲ ਭਜਨ ਕਰਦੇ ਐ। ਕਹਿੰਦੇ ਐਸੇ ਵਾਹਿਗੁਰੂ ਨਾਮ ਨੂੰ ਜੋ ਤਿੰਨਾਂ ਕਾਲਾਂ ਵਿੱਚ ਸੱਚ ਹੈ, ਰਹਿਣ ਵਾਲਾ ਹੈ, ਮੇਰੀ ਨਮਸਕਾਰ ਹੈ, ਬਾਰੰਬਾਰ ਨਮਸਕਾਰ ਹੈ। ਬੰਧਨ ਕੰਦਨ ਸੁਖ ਸਦਨ। ਫਿਰ ਬੰਧਨਾਂ ਦੇ ਕੱਟਣ ਵਾਲਾ ਹੈ ਵਾਹਿਗੁਰੂ ਮੰਤਰ, ਤੇ ਸੁੱਖਾਂ ਦਾ ਸਦਨ ਘਰ ਹੈ। ਜਿਨਨੇ ਆਪਣੇ ਸਾਰੇ ਬੰਧਨ ਜਿਹੜਾ ਕੱਟਣਾ ਚਾਹੁੰਦਾ ਹੈ ਨਾ, ਉਹ ਫਿਰ ਵਾਹਿਗੁਰੂ ਮੰਤਰ ਦਾ ਜਾਪ ਕਰੇ।
ਵਾਹਿਗੁਰੂ ਮੰਤਰ ਦਾ ਅਭਿਆਸ ਕਰੇ, ਕਿਉਂਕਿ ਜਿੰਨੇ ਸੰਸਾਰ ਦੇ ਅੰਦਰ ਇਹ ਬੰਧਨ ਹਨ ਨਾ, ਵਿਸ਼ਿਆਂ ਦੇ, ਵਿਕਾਰਾਂ ਦੇ, ਜਿੰਨੇ ਵੀ ਕਰਤਾ ਭੁਗਤਾ ਦੇ, ਕਰਮਾਂ ਦੇ, ਇਹ ਜਿੰਨੇ ਵੀ ਬੰਧਨ ਹਨ ਨਾ, ਸਭ ਬੰਧਨਾਂ ਨੂੰ ਤੋੜਨ ਵਾਲਾ ਹੈ ਵਾਹਿਗੁਰੂ ਨਾਮ। ਤੇ ਇਸ ਪ੍ਰਕਾਰ ਕਹਿੰਦੇ ਹਨ, ਬੰਧਨ ਕੰਦਨ ਸੁਖ ਸਦਨ, ਇਹ ਬੰਧਨਾਂ ਦੇ ਕੱਟਣ ਵਾਲਾ ਹੈ ਤੇ ਸੁੱਖਾਂ ਦਾ ਸਦਨ ਘਰ ਹੈ ਵਾਹਿਗੁਰੂ ਮੰਤਰ। ਦੁਖ ਮਰਦਨ ਨਿਰਧਾਰ, ਤੇ ਅਸੀਂ ਇਹ ਨਿਰਧਾਰ ਨਿਸ਼ਚੈ ਕੀਤਾ ਹੈ ਕਿ ਦੁੱਖਾਂ ਨੂੰ ਮਰਦਨ ਮਲ ਦੇਣ ਵਾਲਾ ਹੈ ਵਾਹਿਗੁਰੂ ਮੰਤਰ। ਜਦੋਂ ਇਹ ਵਾਹਿਗੁਰੂ ਵਾਹਿਗੁਰੂ, ਇਹ ਜਦੋਂ ਆਪਾਂ 4 ਮੰਤਰ ਦਾ ਜਾਪ ਕਰਦੇ ਆ ਨਾ, ਤੇ ਇਉਂ ਕਵਿਰਾਜ ਕਹਿੰਦੇ ਇਹ ਚੱਕੀ ਦੇ ਪੌੜੀ ਫਿਰਦੇ ਆ, ਤੇ ਇਹਦੇ ਵਿੱਚ ਸਾਰੇ ਹੀ ਦੁੱਖ ਜਿਹੜੇ ਆ ਦਲੇ ਜਾਂਦੇ ਆ, ਨਾਸ਼ ਹੋ ਜਾਂਦੇ ਆ। ਦੁੱਖਾਂ ਨੂੰ ਮਲ ਸਿੱਟਣ ਵਾਲਾ ਵਾਹਿਗੁਰੂ ਮੰਤਰ। ਜਿਹੜੇ ਵਾਹਿਗੁਰੂ ਮੰਤਰ ਦਾ ਪਿਆਰ ਨਾਲ ਜਾਪ ਕਰਦੇ ਆ, ਉਹਨਾਂ ਦੇ ਦੁੱਖ ਸਾਰੇ ਹੀ ਮਲ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਚੌਪਈ ਵਾਹਿਗੁਰੂ ਬਰ ਸੁੰਦਰ ਨਾਮੂ, ਕਵਿਰਾਜ ਕਹਿੰਦੇ ਨੇ ਜਿਹੜਾ ਵਾਹਿਗੁਰੂ ਹੈ ਨਾ, ਇਹ ਬਰ ਸ੍ਰੇਸ਼ਟ ਸੁੰਦਰ ਨਾਮ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤਾ ਹੈ। ਇਹ ਸੱਚੇ ਪਾਤਸ਼ਾਹ ਜੀ ਜੋ ਨਾਮ ਸਾਨੂੰ ਬਖਸ਼ਿਸ਼ ਕੀਤਾ ਨਾ, ਇਹ ਵਾਹਿਗੁਰੂ ਮੰਤਰ ਦੇ ਅਰਥ ਵੀ ਕਵਿਰਾਜ ਅੱਗੇ ਕਰਨਗੇ। ਵਾਹਿਗੁਰੂ ਮੰਤਰ ਦੀ ਮਹਿਮਾ ਦੱਸਣਗੇ ਕਿ ਇਹ ਜਿਹੜਾ ਜਾਪ ਹੈ ਇਹ ਕਿੱਡਾ ਮਹਾਨ ਹੈ। ਚੌਹਾਂ ਯੁੱਗਾਂ ਦੇ ਜਾਪ ਜਿਹੜੇ ਆ ਨਾ, ਉਹ ਥੱਲੇ ਰਹਿ ਜਾਂਦੇ ਆ। ਵਾਹਿਗੁਰੂ ਮੰਤਰ ਏਡਾ ਵੱਡਾ ਮੰਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤਾ ਹੈ। ਚੌਹਾਂ ਯੁੱਗਾਂ ਦਾ ਜਾਪ ਜਿਹੜਾ ਨਾ ਇੱਕੋ ਹੀ ਮੰਤਰ ਦੇ ਵਿੱਚ ਆ ਜਾਂਦਾ। ਉਹ ਕਵਿਰਾਜ ਅੱਗੇ ਦੱਸਣਗੇ। ਵਾਹਿਗੁਰੂ ਨਾਮ ਦੀ ਮਹਿਮਾ ਕਰਦੇ ਹੋਏ ਫਰਮਾਉਂਦੇ ਹਨ, ਵਾਹਿਗੁਰੂ ਬਰ ਸੁੰਦਰ ਨਾਮੂ, ਕਹਿੰਦੇ ਵਾਹਿਗੁਰੂ ਬਰ ਸ੍ਰੇਸ਼ਟ ਸੁੰਦਰ ਨਾਮ ਹੈ ਸਤਿਗੁਰਾਂ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਸਦਾ ਸਵਾਰੇ ਹਮਰੇ ਕਾਮੂ, ਕਵਿਰਾਜ ਆਪਣੀ ਜ਼ਿੰਦਗੀ ਦਾ ਅਜਮਾਇਆ ਹੋਇਆ ਤਜਰਬਾ ਕਹਿੰਦੇ ਨੇ, ਸਦਾ ਸਵਾਰੇ ਹਮਰੇ ਕਾਮੂ, ਸਾਡੇ ਤਾਂ ਸਾਰੇ ਕੰਮ ਸਦਾ ਵਾਹਿਗੁਰੂ ਨਾਮ ਨਹੀਂ ਸਵਾਰੇ ਹੈ। ਵਾਹਿਗੁਰੂ ਦੀ ਓਟ ਲੈ ਕਰਕੇ ਅਸੀਂ ਸਦਾ ਚੱਲੇ ਆਂ, ਤੇ ਸਾਡੇ ਸਾਰੇ ਕਾਰਜ ਵਾਹਿਗੁਰੂ ਜੀ ਨੇ ਸਵਾਰੇ ਹਨ। ਇੱਕ ਅਵਲੰਬ ਨਾਮ ਕੋ ਜਾਣਾ, ਕਹਿੰਦੇ ਇੱਕ ਅਵਲੰਬ ਜਿਹੜਾ ਆਸਰਾ ਨਾ, ਇਹ ਤਾਂ ਨਾਮ ਦਾ ਹੀ ਅਸੀਂ ਜਾਣਿਆ, ਹੋਰ ਕੋਈ ਆਸਰਾ ਨਹੀਂ। ਇੱਕ ਵਾਹਿਗੁਰੂ ਮੰਤਰ ਦਾ ਹੀ, ਨਾਮ ਦਾ ਹੀ ਆਸਰਾ ਅਸੀਂ ਜਾਣਿਆ ਏ। ਕਲੀ ਕਾਲ ਸਮਰੱਥ ਨਾ ਆਨਾ, ਕਿਉਂਕਿ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਨਾਮ ਦੇ ਬਰਾਬਰ ਹੋਰ ਕੋਈ ਵੀ ਨਹੀਂ, ਕੋਈ ਸਮਰੱਥ ਨਹੀਂ ਹੈ ਕਲਯੁਗ ਦੇ ਵਿੱਚ ਦੁੱਖਾਂ ਤੋਂ ਛਡਾਉਣ ਵਾਲਾ। ਇੱਕੋ ਇੱਕ ਵਾਹਿਗੁਰੂ ਨਾਮ ਹੈ ਜਿਹੜਾ ਕਲਯੁਗ ਦੇ ਇਸ ਭਿਆਨਕ ਸਮੇਂ ਵਿੱਚ ਦੁੱਖਾਂ ਤੋਂ ਛਡਾ ਲੈਣ ਵਾਲਾ ਹੈ। ਸਦਾ ਲੋਕ ਪਰਲੋਕ ਸਹਾਈ, ਤੇ ਸਦਾ ਫਿਰ ਵਾਹਿਗੁਰੂ ਨਾਮ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ। ਵਾਹਿਗੁਰੂ ਮੰਤਰ ਜਿਹੜੇ ਜਪਦੇ ਐ, ਇਸ ਲੋਕ ਵਿੱਚ ਵੀ ਸੁਖੀ ਰਹਿੰਦੇ ਐ, ਤੇ ਪਰਲੋਕ ਵਿੱਚ ਵੀ ਵਾਹਿਗੁਰੂ ਮੰਤਰ ਉਹਨਾਂ ਨੂੰ ਸੁਖ ਦੇ ਦਿੰਦਾ ਹੈ। ਇਸ ਪ੍ਰਕਾਰ ਉਹ ਜਮਾਂ ਦੀ ਮਾਰ ਤੋਂ ਬਚ ਜਾਂਦੇ ਐ। ਜਿਹੜਾ ਹੈ ਔਖਾ ਰਸਤਾ ਪਰਲੋਕ ਦਾ, ਉਹਦੇ ਤੇ ਉਹਨਾਂ ਨੂੰ ਤੁਰਨਾ ਨਹੀਂ ਪੈਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ ਕਿ ਪਿਛਲ ਰਾਤੀ ਸੱਦੜਾ ਨਾਮ ਖਸਮ ਕਾ ਲੇਹੋ, ਪਿਛਲੀ ਰਾਤ ਅੰਮ੍ਰਿਤ ਵੇਲਾ ਫਰੀਦਾ, ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਹੈ। ਇਹ ਪਿਛਲੀ ਰਾਤ ਜੇ ਤੈ ਰੱਬ ਵਿਸਾਰਿਆ ਰੱਬ ਨਾ ਵਿਸਰਿਓ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਨਾਮ ਦਾ ਜਾਪ ਕਰਨਾ, ਇੱਕ ਮਨ ਹੋ ਕਰਕੇ, ਇੱਕ ਚਿੱਤ ਹੋ ਕਰਕੇ, ਫੁਰਨਿਆਂ ਨੂੰ ਰੋਕ ਕਰਕੇ ਆਪਣੇ ਮੁਖ ਤੋਂ ਜਪੇ ਹੋਏ ਮੰਤਰ ਨੂੰ ਕੰਨਾਂ ਨਾਲ ਸੁਣਨਾ। ਇਸ ਦੀ ਜਿਹੜੀ ਧੁਨ ਹੈ ਨਾ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਇਹ ਫਿਰ ਧਿਆਨ ਦੇ ਵਿੱਚ ਜਦੋਂ ਜੁੜ ਜਾਈਦਾ ਨਾ, ਗੁਰ ਮੰਤਰ ਦੀ ਧੁਨੀ ਦੇ ਵਿੱਚ ਜਦੋਂ ਸੁਰਤ ਇਕਾਗਰ ਹੋ ਜਾਂਦੀ ਹੈ ਨਾ, ਫਿਰ ਇਹ ਮੰਤਰ ਆਪਣੇ ਦੇਸ਼ ਦੀਆਂ ਸਾਰੀਆਂ ਹੀ ਜਿਹੜੀਆਂ ਉਹ ਜੋ ਅਵਸਥਾਵਾਂ ਹਨ, ਜੋ ਆਪਣੇ ਦੇਸ਼ ਦੇ ਨਜ਼ਾਰੇ ਹਨ, ਉਹ ਫਿਰ ਜਾਪਕ ਨੂੰ ਦਿਖਾਉਂਦਾ ਹੈ। ਵਾਹਿਗੁਰੂ ਨਾਮ ਦੀ ਮਹਿਮਾ ਕਵਿਰਾਜ ਅੱਗੇ ਬਹੁਤ ਵਿਸਥਾਰ ਨਾਲ ਕਰਨਗੇ। ਫਰਮਾਉਂਦੇ ਹਨ ਇਸ ਪ੍ਰਕਾਰ, ਸਦਾ ਲੋਕ ਪਰਲੋਕ ਸਹਾਈ, ਸਦਾ ਹੀ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਵਾਹਿਗੁਰੂ ਮੰਤਰ ਸਹਾਈ ਹੁੰਦਾ ਏ। ਨਾਮ ਲੈਤ ਹੀ ਵਿਗਨ ਪਰਾਈ, ਵਾਹਿਗੁਰੂ ਨਾਮ ਲੈਂਦਿਆਂ ਹੀ ਵਿਗਨ ਟੁੱਟ ਕੇ ਆ ਜਾਂਦੇ ਆ। ਏਡੀ ਨਾਮ ਵਿੱਚ ਸ਼ਕਤੀ ਹੈ। ਕਵਿਰਾਜ ਕਹਿੰਦੇ ਜਿਨ ਆਪਣੇ ਮੁਖ ਤੋਂ ਆਖਿਆ ਨਾ ਵਾਹਿਗੁਰੂ, ਉਸੇ ਸਮੇਂ ਵਿਗਨ ਟੁੱਟ ਕੇ ਆ ਜਾਂਦੇ ਆ। ਜਿਵੇਂ ਬਾਲਾ ਰਾਓ ਤੇ ਰੁਸਤਮ ਰਾਓ ਨੇ
ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਲਿਆ ਸੀ ਨਾ ਇਸ ਮੰਤਰ ਦਾ ਜਾਪ ਕਰਦਿਆਂ ਹੋਇਆਂ। ਹਜੂਰ ਨੇ ਆਖਿਆ ਸੀ ਆਖੋ ਵਾਹਿਗੁਰੂ, ਤੇ ਮਹਾਰਾਜ ਦੇ ਕਹਿਣ ਤੋਂ ਜਦੋਂ ਆਖਿਆ ਨਾ ਵਾਹਿਗੁਰੂ, ਕੜੀਆਂ ਟੁੱਟ ਗਈਆਂ ਸੀਗੀਆਂ, ਬੇੜੀਆਂ ਟੁੱਟ ਗਈਆਂ ਸੀ ਬਾਲਾ ਰਾਓ ਤੇ ਰੁਸਤਮ ਰਾਓ ਦੀਆਂ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਨਾਮ ਦੀ ਏਡੀ ਵੱਡੀ ਮਹਿਮਾ ਹੈ, ਜਿਹੜਾ ਆਪਣੇ ਮੁਖ ਤੋਂ ਭਾਵਨਾ ਦੇ ਸਹਿਤ ਇੱਕ ਚਿੱਤ ਇਕਾਗਰ ਹੋ ਕਰਕੇ ਮਹਾਰਾਜ ਕਹਿੰਦੇ ਐ ਜਿਹੜਾ ਨਾਮ ਨੂੰ ਲੈਂਦਾ ਹੈ ਨਾ, ਉਹਦੇ ਸਾਰੇ ਬੰਧਨ ਨਾਸ਼ ਹੋ ਜਾਂਦੇ ਐ। ਕਵੀ ਰਾਜ ਫਰਮਾਉਂਦੇ ਹਨ, ਨਾਮ ਲੈਤ ਹੀ ਬਿਗਨ ਪਰਾਈ। ਨਾਮ ਨੂੰ ਲੈਂਦਿਆਂ ਸਾਰੀ ਬਿਗਨ ਜਿਹੜੇ ਆ ਪਰੇ ਦੇ ਪਰੇ ਚਲੇ ਜਾਂਦੇ ਆ, ਨਾਸ਼ ਹੋ ਜਾਂਦੇ ਆ। ਜਦੋਂ ਕੋਈ ਵੀ ਕਾਰਜ ਆਰੰਭਦੇ ਗੁਰਸਿੱਖ ਤੇ ਨਾਮ ਤੋਂ ਆਰੰਭਦੇ ਆ। ਮਹਾਰਾਜ ਜੀ ਦੇ ਨਾਮ ਦੀ ਟੇਕ ਲੈਂਦੇ ਆ। ਨਾਮ ਦੀ ਟੇਕ ਲੈਂਦਿਆਂ ਸਾਰੇ ਬਿਗਨ ਨਾਸ਼ ਹੋ ਜਾਂਦੇ, ਕਾਰਜ ਪੂਰੇ ਹੋ ਜਾਂਦੇ ਆ। ਹਰਿ ਕਾਲ ਕਲ ਕਲੁਖ ਸੁਦੁਖਨ। ਜਿਹੜੇ ਸਹਿਤ ਦੋਸ਼ਾਂ ਦੇ ਵੱਡੇ ਪਾਪ ਹਨ ਨਾ, ਕਲੁਖ ਪਾਪਾਂ ਨੂੰ ਕਹਿੰਦੇ ਆ। ਬਹੁਤ ਵੱਡੇ ਵੱਡੇ ਪਾਪ ਜਿਨ੍ਹਾਂ ਕਰਕੇ ਜੀਵ ਜਿਹੜੇ ਦੋਸ਼ੀ ਹੋ ਜਾਂਦੇ ਆ। ਕਲਯੁਗ ਦੇ ਸਮੇਂ ਦੇ ਅੰਦਰ ਜਿਹੜੇ ਐਸੇ ਪਾਪ ਹਨ, ਇਸੇ ਪ੍ਰਕਾਰ ਹੀ ਹਰਿ ਕਾਲ ਕਲ ਕਲੁਖ ਸੁਦੁਖਨ। ਕਲਯੁਗ ਦੇ ਜਿਹੜੇ ਕਲਖ ਪਾਪ ਹਨ, ਜਿਨ੍ਹਾਂ ਨੂੰ ਕਰ ਕਰਕੇ ਜੀਵ ਦੋਸ਼ੀ ਬਣਦੇ ਹੈ, ਉਹਨਾਂ ਨੂੰ ਹਰ ਦਿੰਦਾ, ਨਾਸ਼ ਕਰ ਦਿੰਦਾ ਹੈ ਵਾਹਿਗੁਰੂ ਮੰਤਰ। ਐਸਾ ਨਾਮ ਹੈ ਪ੍ਰਤਾਪ ਵਾਲਾ ਕਿ ਜਿੱਥੇ ਸੁਖ ਦਿੰਦਾ ਹੈ, ਬਿਘਨਾਂ ਨੂੰ ਨਾਸ਼ ਕਰਦਾ ਹੈ, ਤੇ ਕੀਤੇ ਹੋਏ ਪਿਛਲੇ ਪਾਪ ਵੀ ਸਾਰੇ ਹੀ ਨਾਸ਼ ਕਰ ਦਿੰਦਾ ਹੈ। ਇਹ ਨਹੀਂ ਇੱਕ ਜਨਮ ਦੇ, ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਸਾਰੇ ਪਾਪ ਸਾੜ ਕੇ ਦਗਦ ਕਰ ਦਿੰਦਾ ਹੈ ਵਾਹਿਗੁਰੂ ਨਾਮ। ਇਹੋ ਜਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਵਿੱਤਰ ਵਾਹਿਗੁਰੂ ਮੰਤਰ ਨਾਮ ਬਖਸ਼ਿਸ਼ ਕੀਤਾ ਏ। ਨਾਮ ਕਰ ਜੋ ਜਿਨ ਗਰੀਵਾ ਭੂਖਨ। ਜਿਨ੍ਹਾਂ ਨੇ ਨਾਮ ਨੂੰ ਆਪਣੇ ਗਰੀਵਾ ਦਾ ਭਾਵ ਆਪਣੇ ਗਲੇ ਦਾ ਭੂਖਣ ਬਣਾ ਲਿਆ, ਭਾਵ ਗਲੇ ਦਾ ਗਹਿਣਾ ਹੀ ਬਣਾ ਲਿਆ ਹੈ, ਉਹਨਾਂ ਦੇ ਸਾਰੇ ਦੁੱਖ ਜਿਹੜੇ ਆ ਨਾ, ਪਾਪ, ਉਹ ਨਾਸ਼ ਕਰ ਦਿੱਤੇ ਨਾਮ ਨੇ। ਤੋ ਇਉਂ ਹਾਰ ਆਦਿਕ ਪਾਉਣੇ ਜਾਂ ਹੋਰ ਸ਼ਿੰਗਾਰ ਲਈ ਗਹਿਣੇ ਪਾਉਣੇ ਗਲ ਦੇ ਅੰਦਰ, ਕਵੀਰਾਜ ਕਹਿੰਦੇ ਨਾਮ ਦੇ ਪ੍ਰੇਮੀਆਂ ਨੇ ਵਾਹਿਗੁਰੂ ਮੰਤਰ ਹੀ ਗਹਿਣਾ ਆਪਣੇ ਗਲੇ ਵਿੱਚ ਧਾਰਨ ਕਰ ਲਿਆ, ਕਦੇ ਵਿਸਾਰਦੇ ਨਹੀਂ। ਹਰ ਵੇਲੇ ਕੰਠ ਤੋਂ ਵਾਹਿਗੁਰੂ 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 ਇਉਂ ਜਾਪ ਕਰਦੇ ਐ। ਤੋ ਇਹੋ ਜਿਹਾ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਦਾ ਜਿਹੜਾ ਭੂਸ਼ਣ ਗਹਿਣਾ ਆਪਣੇ ਗਲੇ ਦਾ ਬਣਾ ਲਿਆ ਨਾ, ਉਹਨਾਂ ਦੇ ਸਾਰੇ ਦੋਸ਼ ਨਾਸ਼ ਕਰ ਦਿੱਤੇ ਆ ਵਾਹਿਗੁਰੂ ਮੰਤਰ ਨੇ। ਉਹਨਾਂ ਦੇ ਸਾਰੇ ਕਲਯੁਗ ਵਿੱਚ ਕੀਤੇ ਹੋਏ ਪਾਪ ਜਿਹੜੇ ਆ ਪਿਛਲੀ ਉਮਰ ਵਿੱਚ ਜਿਹੜੇ, ਉਹ ਵੀ ਸਾਰੇ ਸਾੜ ਦਿੱਤੇ ਆ, ਦਗਦ ਕਰ ਦਿੱਤੇ ਹਨ। ਦੋਹਰਾ ਮੰਗਲ ਸੁਖ ਕਲਿਆਣ ਦਾ। ਫਿਰ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਹੈ ਵਾਹਿਗੁਰੂ ਨਾਮ। ਮੰਗਲ ਫਿਰ ਸੁਖ, ਆਤਮਕ ਸੁਖ ਦੇ ਦੇਣ ਵਾਲਾ ਹੈ ਵਾਹਿਗੁਰੂ ਨਾਮ। ਕਰੇ ਅਮੰਗਲ ਹਾਨ। ਫਿਰ ਪੜੋ, ਇੱਕ ਅਰਥ ਰਹਿ ਗਿਆ। ਮੰਗਲ ਸੁਖ ਕਲਿਆਣ ਦਾ। ਫਿਰ ਕਲਿਆਣ ਦਾ, ਕਲਿਆਣ ਦੇ ਦੇਣ ਵਾਲਾ ਹੈ, ਮੁਕਤੀ ਦੇ ਦੇਣ ਵਾਲਾ ਹੈ ਵਾਹਿਗੁਰੂ ਮੰਤਰ। ਇਸ ਪ੍ਰਕਾਰ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਹੈ। ਸੰਸਾਰਿਕ ਖੁਸ਼ੀਆਂ ਸਾਰੀਆਂ ਉਹਨਾਂ ਦੇ ਚਰਨਾਂ 'ਚ ਆ ਡਿੱਗਦੀਆਂ ਜਿਹੜੇ ਵਾਹਿਗੁਰੂ ਮੰਤਰ ਦਾ ਆਸਰਾ ਲੈਂਦੇ ਆ। ਜਿਹੜੇ ਵਾਹਿਗੁਰੂ ਮੰਤਰ ਨੂੰ ਪਿਆਰ ਨਾਲ ਜਪਦੇ ਆ ਨਾ, ਸਾਰੀਆਂ ਖੁਸ਼ੀਆਂ ਉਹਨਾਂ ਦੇ ਕੋਲ ਆ ਜਾਂਦੀਆਂ, ਦੁੱਖ ਉਹਨਾਂ ਕੋਲੋਂ ਦੂਰ ਹੀ ਭੱਜ ਜਾਂਦੇ ਆ, ਤੇ ਅੰਦਰ ਦਾ ਜਿਹੜਾ ਆਤਮਿਕ ਆਨੰਦ ਦਾ ਸੁੱਖ ਵੈ ਉਹ ਵੀ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਦੇ ਜਾਪ ਕਰਨੇ ਕਰਕੇ। ਤੇ ਇਸ ਪ੍ਰਕਾਰ ਅੰਤ ਨੂੰ ਕਲਿਆਣ ਮੁਕਤੀ ਦੇਣ ਵਾਲਾ ਹੈ ਇਹ ਵਾਹਿਗੁਰੂ ਨਾਮ। ਕਰੇ ਅਮੰਗਲ ਹਾਨ। ਤੇ ਅਮੰਗਲ ਜਿਹੜੀਆਂ ਗਮੀਆਂ ਹਨ ਉਹਨਾਂ ਨੂੰ ਹਾਨ ਕਰ ਦਿੰਦਾ, ਨਾਸ਼ ਕਰ ਦਿੰਦਾ ਹੈ। ਦੁੱਖ ਉਹਨਾਂ ਦੇ ਨੇੜੇ ਹੀ ਨਹੀਂ ਆਉਂਦੇ, ਗਮੀਆਂ ਝੋਰੇ ਸਭ ਚਿੰਤਾ ਫਿਕਰ ਨਾਸ਼ ਹੋ ਜਾਂਦੇ ਆ। ਜਪਤ ਜਪਤ ਸ੍ਰੀ ਨਾਮ ਕੋ। ਕਹਿੰਦੇ ਜਪਦਿਆਂ ਹੋਇਆਂ ਸ਼੍ਰੀ ਸ਼੍ਰੋਮਣੀ ਵਾਹਿਗੁਰੂ ਮੰਤਰ ਨਾਮ ਨੂੰ ਪ੍ਰਗਟੈ ਉਰ ਮੈਂ ਗਿਆਨ। ਹਿਰਦੇ ਦੇ ਅੰਦਰ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਪ੍ਰਗਟ ਹੋ ਜਾਂਦਾ ਹੈ। ਜੀਵ ਨੂੰ ਸਦਾ ਹੀ ਡਰ ਲੱਗਾ ਰਹਿੰਦਾ ਹੈ ਮਰਨ ਦਾ, ਤੇ ਸਦਾ ਚਿੰਤਾਵਾਂ ਰਹਿੰਦੀਆਂ, ਹਾਏ ਕਿਤੇ ਇਉਂ ਨਾ ਹੋ ਜੇ, ਹਾਏ ਕਿਤੇ ਮੈਂ ਮਰ ਨਾ ਜਾਵਾਂ, ਹਾਏ ਮੇਰਾ ਨੁਕਸਾਨ ਨਾ ਹੋ ਜੇ, ਮੇਰੀ ਇੱਜ਼ਤ 'ਚ ਫਰਕ ਨਾ ਪੈ ਜੇ, ਮੇਰਾ ਮਾਣ ਨਾ ਘਟ ਜੇ। ਇੱਕ ਚਿੰਤਾ ਕਿਤੇ, ਬਹੁਤ ਜ਼ਿਆਦੀਆਂ ਚਿੰਤਾਵਾਂ ਨੇ, ਬੜੇ ਫਿਕਰ ਚਿੰਬੜੇ ਰਹਿੰਦੇ ਆ। ਪਰ ਵਾਹਿਗੁਰੂ ਦੇ ਨਾਮ ਦੇ ਜਪਣੇ ਕਰਕੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਵਾਹਿਗੁਰੂ ਜੀ ਦੇ ਸਰੂਪ ਵਿੱਚ ਹੀ ਅਭੇਦ ਹੋ ਜਾਈਦਾ ਹੈ, ਜਿੱਥੇ ਜੰਮਣ ਮਰਨ ਦਾ ਕੋਈ ਕਿਸੇ ਪ੍ਰਕਾਰ ਭੈ ਹੀ ਨਹੀਂ ਰਹਿੰਦਾ ਹੈ। ਜੰਮਣ ਮਰਨ ਦੇ ਗੇੜ ਚੋਂ ਨਿਕਲ ਜਾਈਦਾ, ਦੁੰਦਵਾਦ ਖਤਮ ਹੋ ਜਾਂਦਾ ਹੈ। ਇਹ ਸੰਸਾਰ ਦੇ ਫਾਇਦੇ ਨੁਕਸਾਨ ਤਾਂ ਸਰੀਰ ਕਰਕੇ ਭਾਸਦੇ ਰਹਿੰਦੇ ਆ, ਇਹ ਬਿਰਤੀ ਨਾਮ ਦੇ ਜਪਣੇ ਕਰਕੇ ਇੰਨੀ ਉੱਪਰ ਉੱਠ ਜਾਂਦੀ ਹੈ ਕਿ ਸਾਰੇ ਉਹਨਾਂ ਦੇ ਦੁੱਖ ਨਾਸ਼ ਹੋ ਜਾਂਦੇ ਆ। ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਸਾਰੀ ਕਾਇਨਾਤ ਦਾ ਉਹਨਾਂ ਨੂੰ ਗਿਆਨ ਹੋ ਜਾਂਦਾ ਏ। ਚੌਪਈ ਬਰਤ ਨੇਮ ਜਪ ਤਪ ਜਗ ਕਰਮੂ। ਫਿਰ ਕਵੀਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਤੇ ਹੋਰ ਵਰਤ ਰੱਖਦੇ ਰਹਿੰਦੇ ਆ, ਜਿਵੇਂ ਆ ਕਰਵਾ ਚੌਥ ਦਾ ਵਰਤ ਆਦਿਕ ਆਇਆ ਸੀਗਾ ਨਾ, ਤੋ ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਤਾਂ ਕਬੀਰ ਜੀ ਦੇ ਬਚਨ ਨੇ ਕਿ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦਹੀ ਹੋਏ ਕੈ ਅਵਤਰੈ ਭਾਰ ਸਹੈ ਮਨ ਚਾਰ। ਕਹਿੰਦੇ ਜਿਹੜੇ ਹਰੀ ਦਾ ਸਿਮਰਨ ਛੱਡ ਕਰਕੇ, ਵਾਹਿਗੁਰੂ ਮੰਤਰ ਦਾ ਜਪਣਾ ਛੱਡ ਕਰਕੇ ਵਰਤ ਆਦਿਕ ਰੱਖਣਾ ਨਾ, ਤੇ ਉਹ ਕਹਿੰਦੇ ਭਾਈ ਉਹਨੂੰ ਅਗਲੇ ਜਨਮ ਵਿੱਚ ਗਧੀ ਦਾ ਜਨਮ ਪ੍ਰਾਪਤ ਹੋਊਗਾ, ਚਾਰ ਮਣ ਭਾਰ ਸਿਰ ਤੇ ਸਹਾਰਨਾ ਪਵੇਗਾ। ਇਹੋ ਜਿਹਾ ਜਿਹੜਾ ਕਰਮ ਦਾ ਵੇਖੋ ਫਲ ਕੀ ਪ੍ਰਾਪਤ ਹੁੰਦਾ ਹੈ। ਤੇ ਕਵੀਰਾਜ ਕਹਿੰਦੇ ਜਿਨ੍ਹਾਂ ਭਾਈ ਨਾਮ ਜਪਣਾ ਛੱਡ ਦਿੱਤਾ, ਹੋਰ ਵੀ ਵਰਤ ਬੜੇ ਆਦਿਕ ਜਿਹੜੇ ਆ, ਖਾਣ ਦਾ ਵਰਤ ਰੱਖਿਆ, ਕਈ ਹੋਰ ਵਰਤ ਰੱਖ ਲੈਂਦੇ ਆ, ਮੈਂ ਝੱਗਾ ਨਹੀਂ ਪਾਉਣਾ, ਮੈਂ ਜੁੱਤੀ ਨਹੀਂ ਪਾਉਣੀ, ਇਉਂ ਮੈਂ ਤੁਰ ਤੁਰ ਕੇ ਯਾਤਰਾ ਕਰਨੀ ਹੈ। ਇਸ ਪ੍ਰਕਾਰ ਦੇ ਵਰਤ ਆਦਿਕ ਜਿਹੜੇ ਰੱਖਦੇ ਹਨ, ਸੰਜਮ ਰੱਖਦੇ ਹਨ। ਬਰਤ ਨੇਮ ਜਪ ਤਪ ਜਗ ਕਰਮੂ। ਤੇ ਨੇਮ ਆਦਿਕ ਜਿਹੜਾ ਹੈ ਨਿਯਮ ਨਿਭਾ ਲੈਣਾ ਕਿ ਮੈਂ ਇਉਂ ਹਰ ਸਾਲ ਆ ਇਉਂ ਕਰਿਆ ਕਰੂੰਗਾ, ਰੋਜ਼ ਆ ਨਿਯਮ ਨਿਭਾਇਆ ਕਰਾਂਗਾ, ਹੱਠ ਕਰਕੇ ਜਿਹੜਾ ਨਿਯਮ ਕਰਨਾ। ਜਪ ਤੇ ਜਪ ਜਿਹੜਾ ਹੈ ਮੰਤਰਾਂ ਨੂੰ ਜਪਣਾ, ਦੇਵਤਿਆਂ ਦੇ ਮੰਤਰ ਲੈ ਕਰਕੇ ਉਹਨਾਂ ਦਾ ਜਾਪ ਕਰਨਾ। ਕੋਈ ਚਾਂਦਨੀ ਰਾਤ ਨੂੰ ਕਰਦਾ ਹੈ, ਕੋਈ ਦੀਵਾਲੀ ਦੀ ਰਾਤ ਨੂੰ ਮਾਇਆ ਦੀ ਪ੍ਰਾਪਤੀ ਵਾਸਤੇ, ਲక్ష్ਮੀ ਦੀ ਪ੍ਰਾਪਤੀ ਵਾਸਤੇ ਪਾਣੀ 'ਚ ਖਲੋ ਖਲੋ ਕੇ ਕਈ ਤਰ੍ਹਾਂ ਦੇ ਤਾਮਸੀ ਤਪ ਵੀ ਕਰਦੇ ਹਨ। ਤਪ ਤੇ ਤਪ ਆਦਿਕ ਜਿਹੜਾ ਕਰਨਾ, ਧੂਣੀਆਂ ਤਾ ਕਰਕੇ, ਸਰੀਰ ਨੂੰ ਕਸ਼ਟ ਦੇ ਕਰਕੇ। ਜਗ ਕਰਮੂ। ਤੇ ਇਸ ਪ੍ਰਕਾਰ ਜਗ ਆਦਿਕ ਕਰਨੇ ਜਿਹੜੇ ਹਨ, ਜਿਹੜਾ ਇਸ ਪ੍ਰਕਾਰ ਹਵਨ ਆਦਿਕ ਕਰਨਾ, ਤੋ ਕਈ ਸਿੱਖ ਹੋ ਕਰਕੇ ਵੀ ਨਾਮ ਜਪਣ ਦੇ ਉੱਤੇ ਭਰੋਸਾ ਨਹੀਂ ਰੱਖਦੇ ਤੇ ਇਹੋ ਜਿਹੇ ਕਰਮਾਂ ਨੂੰ ਕਰਦੇ ਆ। ਸਤਿਗੁਰਾਂ ਜੀ ਨੇ ਤਾਂ ਸਾਨੂੰ ਸਭ ਤੋਂ ਪਰਮ ਜਿਹੜਾ ਹੈ ਉਹ ਨਾਮ ਬਖਸ਼ਿਸ਼ ਕੀਤਾ ਹੈ। ਜਿਨੇ ਨਾਮ ਜਪ ਲਿਆ ਉਹਨੇ ਸਾਰੇ ਜਪ ਕਰ ਲਏ, ਸਾਰੇ ਤਪ ਕਰ ਲਏ, ਸਭ ਜਗ ਕਰ ਲਏ। ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ। ਉਹਨੇ ਸਾਰੇ ਵਰਤ ਕਰ ਲਏ, ਸਾਰੇ ਨੇਮ ਕਰ ਲਏ ਜਿਹਨੇ ਵਾਹਿਗੁਰੂ ਮੰਤਰ ਜਪ ਲਿਆ। ਤੇ ਜਿਨ ਨਾਮ ਨਹੀਂ ਜਪਿਆ ਤੇ ਉਹ ਚਾਹੇ ਜਿੰਨੇ ਮਰਜੀ ਵਰਤ ਰੱਖ ਲਏ ਐ, ਨੇਮ ਕਰ ਲਏ ਐ, ਜਪ ਕਰ ਲਏ, ਤਪ ਕਰ ਲਏ, ਜਗ ਕਰ ਲਿਆ, ਇਹ ਸਾਰੇ ਹੀ ਜੋ ਕਰਮ ਹਨ। ਨਾਮ ਬਿਨਾ ਬਿਰਥੇ ਸਭ ਧਰਮ। ਨਾਮ ਤੋਂ ਬਿਨਾ ਕਵੀਰਾਜ ਕਹਿੰਦੇ ਸਭ ਧਰਮ ਹੀ ਵਿਅਰਥ ਹਨ। ਮਹਾਰਾਜ ਜੀ ਨੇ ਵੀ ਕਿਹਾ ਨਾ ਕਿ ਜਿਹੜਾ ਧਰਮ ਹੈ ਸਭ ਤੋਂ ਉੱਤਮ ਕਿਹੜਾ ਹੈ, ਉਹ ਵਾਹਿਗੁਰੂ ਦੇ ਨਾਮ ਜਪਣ ਦਾ ਹੀ ਧਰਮ ਸਭ ਤੋਂ ਉੱਤਮ ਹੈ। ਸਗਲ ਸ੍ਰਿਸ਼ਟ ਮੈਂ ਸ੍ਰੇਸ਼ਟ ਧਰਮ। ਸਾਰੀ ਸ੍ਰਿਸ਼ਟੀ ਵਿੱਚ ਜੇ ਸ੍ਰੇਸ਼ਟ ਧਰਮ ਹੈਗਾ ਤੇ ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਦਾ ਨਾਮ ਜਪਣਾ ਹੀ ਸਭ ਤੋਂ ਉੱਤਮ ਨਿਰਮਲ ਕਰਮ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਗਿਆ ਕੀਤੀ ਹੈ ਕਿ ਨਾਮ ਤੋਂ ਬਿਨਾ ਸਾਰੇ ਹੀ ਕਰਮ ਨਿਸਫਲ ਹਨ। ਨਾਮ ਤੋਂ ਬਿਨਾ ਸਾਰੇ ਧਰਮ ਰੱਖੇ ਹੋਏ ਉਹ ਵੀ ਨਿਸਫਲ ਹਨ। ਇਉਂ ਕਵੀਰਾਜ ਕਹਿੰਦੇ ਹੈ ਕਿ ਵਾਹਿਗੁਰੂ ਨਾਮ ਜਪੇ ਤੋਂ ਬਿਨਾ ਸਾਰੇ ਹੀ ਧਰਮ ਦੇ ਕਰਮ ਨਿਸਫਲ ਜਾਂਦੇ ਆ। ਨਾਮਹੀਨ ਭਵ ਸਾਗਰ ਵਿਚੂ। ਨਾਮ ਤੋਂ ਹੀਣਾ ਜਿਹੜਾ ਨਾ ਇਸ ਭਵ ਸੰਸਾਰ ਸਮੁੰਦਰ ਦੇ ਅੰਦਰ, ਭਵ ਸਾਗਰ ਭਾਵ ਸੰਸਾਰ ਸਮੁੰਦਰ ਦੇ ਵਿੱਚ ਜਨਮ ਧਰਿਹੇ ਉੱਚੂ ਕਬ ਨੀਚੂ। ਉਹ ਜਨਮ ਧਾਰਦਾ ਰਹਿੰਦਾ ਵਾਸ਼ਨਾ ਮੁਤਾਬਕ, ਕਦੇ ਉੱਚੇ ਥਾਂ ਤੇ ਭਾਵ ਉੱਚੀਆਂ ਕੁੱਲਾਂ ਵਿੱਚ ਚਲੇ ਜਾਂਦੇ ਆ, ਅਮੀਰੀ ਪਦਾਰਥਾਂ ਦੀ ਬਹੁਬਲਤਾ, ਕਦੇ ਨੀਵੀਆਂ ਕੁੱਲਾਂ ਦੇ ਵਿੱਚ ਜਨਮ ਲੈਂਦੇ ਰਹਿੰਦੇ ਆ। ਜਿਹੋ ਜੀ ਜੀਵਾਂ ਦੀ ਵਾਸ਼ਨਾ ਹੁੰਦੀ ਹੈ ਉਹ ਵਾਸ਼ਨਾ ਦੇ ਮੁਤਾਬਕ ਜੂਨਾਂ ਜਿਹੜੀਆਂ ਹਨ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ। ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਤੇ ਫਿਰ ਸਰਪ ਜੋਨ ਵਲ ਵਲ ਅਵਤਰੈ ਕਿਹਾ ਹੈ। ਉਹਨਾਂ ਨੂੰ ਸੱਪ ਦੀਆਂ ਜੂਨਾਂ ਹੀ ਬਾਰ-ਬਾਰ ਪ੍ਰਾਪਤ ਹੁੰਦੀਆਂ ਹਨ। ਇਹ ਵਾਸ਼ਨਾਵਾਂ ਜੀਵਾਂ ਦੀਆਂ। ਜਿਸ ਤਰ੍ਹਾਂ ਨਾਮ ਤੋਂ ਹੀਣੇ ਐ, ਨਾਮ ਨਹੀਂ ਜਪਿਆ ਤੇ ਬੱਧੇ ਹੋਏ ਫਿਰ ਜੂਨਾਂ ਵਿੱਚ ਕਰਮਾਂ ਦੀ ਫਾਹੀ ਨਹੀਂ ਟੁੱਟਦੀ
ਤੇ ਜੀਵ ਉੱਚੀਆਂ ਨੀਵੀਆਂ ਜੂਨਾਂ ਵਿੱਚ ਥਾਵਾਂ ਥਾਵਾਂ ਤੇ ਭਟਕਦੇ ਰਹਿੰਦੇ ਆ। ਨਾਮ ਬਿਨਾ ਟਿਗ ਰਾਜ ਸਮਾਜੂ। ਨਾਮ ਤੋਂ ਬਿਨਾ ਕਵਿਰਾਜ ਜੀ ਕਹਿੰਦੇ ਆ ਜਿਹੜਾ ਰਾਜ ਦਾ ਵੀ ਸਾਜੋ ਸਮਾਨ ਹੈ ਨਾ, ਰਾਜਸੀ ਪ੍ਰਤਾਪ ਹੈ, ਉਹਨੂੰ ਤ੍ਰਿਗਾਕਾਰ ਹੈ। ਐਡੇ ਪ੍ਰਤਾਪ ਨੂੰ ਦਿਖਾ ਕਰਕੇ ਬਹੁਤ ਜ਼ਿਆਦਾ ਆਪਣਾ ਪ੍ਰਭਾਵ ਪ੍ਰਗਟ ਕਰਨਾ ਕਹਿੰਦੇ ਤ੍ਰਿਗ ਵੈ। 100 ਵਾਰੀ ਫਿਟੇ ਮੂੰਹ ਕਹੀਏ ਤੇ ਇੱਕ ਲਾਹਨਤ ਬਣਦੀ ਹੈ, ਜੇ 100 ਵਾਰੀ ਲਾਹਨਤ ਪਾਈਏ ਤੇ ਇੱਕ ਤ੍ਰਿਗ ਬਣਦੀ ਹੈ। ਨਾਮ ਤੋਂ ਬਿਨਾ ਕਵਿਰਾਜ ਕਹਿੰਦੇ ਭਾਵੇਂ ਕਿੱਡਾ ਵੱਡਾ ਰਾਜ ਭਾਗ ਕਿਉਂ ਨਹੀਂ ਪ੍ਰਾਪਤ ਹੋਇਆ, ਤ੍ਰਿਗਾਕਾਰ ਹੈ ਉਸ ਰਾਜ ਦੇ ਸਾਰੇ ਸਮਾਨ ਨੂੰ, ਉਸ ਰਾਜਸੀ ਪ੍ਰਤਾਪ ਨੂੰ ਤ੍ਰਿਗਾਕਾਰ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾ ਐਸਾ ਬੁਰਾ ਹੈ। ਨਾਮਹੀਨ ਜਗ ਜੀਵਨ ਲਾਜੂ। ਨਾਮ ਤੋਂ ਹੀਣਾ ਜਿਹੜਾ ਜਗਤ ਦੇ ਅੰਦਰ ਜਿਉਣਾ ਹੈ ਨਾ, ਇਹ ਲੱਜਾ ਦੇ ਸਹਿਤ ਹੈ, ਸ਼ਰਮ ਦੇ ਸਹਿਤ ਹੈ, ਕਿਉਂਕਿ ਬਹੁਤ ਸ਼ਰਮ ਨਾਲ ਸਿਰ ਨੀਵਾਂ ਕਰਨਾ ਪੈਂਦਾ ਹੈ। ਬਹੁਤ ਜ਼ਿਆਦੀਆਂ ਮੂੰਹ ਤੇ ਲਾਹਨਤਾਂ ਪੈਂਦੀਆਂ ਹਨ। ਜਦੋਂ ਜੀਵ ਪਰਲੋਕ ਵਿੱਚ ਜਾਂਦਾ ਹੈ ਨਾ ਆਪਣਾ ਹਿਸਾਬ ਕਿਤਾਬ ਚੁਕਾਉਣ ਲਈ, ਨਾਮ ਤੋਂ ਸੱਖਣੇ ਮਨੁੱਖ ਨੂੰ ਬਹੁਤ ਜ਼ਿਆਦਾ ਦੁੱਖ ਝੱਲਣੇ ਪੈਂਦੇ ਆ, ਬੜੀਆਂ ਲਾਹਨਤਾਂ ਪੈਂਦੀਆਂ ਹਨ। ਇਸ ਸੰਸਾਰ ਦੇ ਅੰਦਰ ਜਿਹੜਾ ਜਿਉਣਾ ਹੈ ਨਾਮ ਤੋਂ ਸੱਖਣੇ ਰਹਿ ਕਰਕੇ, ਨਾਮ ਨਹੀਂ ਜਿਹੜਾ ਜਪਣਾ ਹੈ, ਉਹ ਕਵਿਰਾਜ ਕਹਿੰਦੇ ਭਾਈ ਬੜੀ ਬਸ਼ਰਮੀ ਵਾਲੀ ਗੱਲ ਹੈ, ਲੱਜਾ ਵਾਲਾ ਉਹ ਜੀਵਨ ਹੈ। ਅਭੈ ਭਵਿਤ ਭੋਗੇ ਭਵ ਭੋਗੂ। ਜਿਹੜੇ ਅਭੈ ਨਿਡਰ ਹੋ ਕਰਕੇ ਇਸ ਸੰਸਾਰ ਦੇ ਅੰਦਰ ਭੋਗਾਂ ਨੂੰ ਭੋਗਦੇ ਐ, ਕਹਿੰਦੇ ਲੈ ਮੈਨੂੰ ਕੀ ਲੱਗਣ ਲੱਗਾ ਹੈ, ਸ਼ਰਾਬਾਂ ਪੀਂਦੇ ਐ, ਬਹੁਤ ਜ਼ਿਆਦੀਆਂ ਬਦਫੈਲੀਆਂ ਕਰਦੇ ਐ, ਕੁਕਰਮ ਕਰਦੇ ਐ, ਕੌੜਾ ਬੋਲਦੇ ਐ, ਬਹੁਤ ਸਾਰਾ ਇਹੋ ਜਿਹਾ ਭੋਗਾਂ ਨੂੰ ਭੋਗਦੇ, ਜ਼ਬਾਨ ਦੇ ਰਸਾਂ ਨੂੰ ਚੱਖਦੇ ਰਹਿੰਦੇ ਐ ਤੇ ਹੋਰ ਸਵਾਦਾਂ ਵਿੱਚ ਫਸੇ ਰਹਿੰਦੇ ਐ, ਭੋਗਦੇ ਰਹਿੰਦੇ ਆ, ਡਰ ਨਹੀਂ ਮੰਨਦੇ ਹਨ। ਵਾਹਿਗੁਰੂ ਦਾ ਕਹਿੰਦੇ ਨਾਮ ਜਪਣਾ ਤਾਂ ਵਿਹਲੜਾਂ ਦਾ ਕੰਮ ਹੈ, ਭਜਨ ਨਹੀਂ ਕਰਦੇ ਹਨ, ਡਰ ਨਹੀਂ ਮੰਨਦੇ ਹਨ ਤੇ ਸੰਸਾਰ ਦੇ ਅੰਦਰ ਭੋਗਾਂ ਨੂੰ ਭੋਗਦੇ ਹਨ। ਨਾਮ ਬਿਨਾ ਜਾਵੇ ਜਮ ਲੋਗੂ। ਫਿਰ ਨਾਮ ਤੋਂ ਸੱਖਣੇ ਉਹ ਲੋਕ ਜਿਹੜੇ ਰਸਾਂ ਕਸਾਂ ਨੂੰ ਭੋਗਦੇ ਰਹਿੰਦੇ ਆ, ਜਮ ਲੋਕ ਨੂੰ ਜਾਣਗੇ, ਜਮਾਂ ਦੀਆਂ ਸਜ਼ਾਵਾਂ ਜਿਹੜੀਆਂ ਸਹਿਣਗੇ ਅੰਤ ਦੇ ਸਮੇਂ। ਜਿਨ੍ਹਾਂ ਨੇ ਭਜਨ ਨਹੀਂ ਕੀਤਾ, ਖਾ ਪੀ ਕੇ ਹੀ ਹੰਢਾ ਛੱਡਿਆ ਹੈ ਨਾ, ਤੇ ਸਗੋਂ ਭਜਨ ਕਰਨ ਨੂੰ ਬੁਰਾ ਸਮਝਿਆ ਹੈ, ਉਹ ਅੰਤ ਦੇ ਸਮੇਂ ਮਰ ਕੇ ਜਮ ਲੋਕ ਨੂੰ ਜਾਣਗੇ। ਚੌਪਈ ਸੁੰਦਰ ਮੰਦਰ ਅੰਗਨਾ ਸੇਜਾ। ਫਿਰ ਕਹਿੰਦੇ ਆ ਹੇ ਜੀਵ, ਇਹ ਮਨ ਜਿਹੜਾ ਕਿੱਥੇ ਲੱਗਿਆ ਹੋਇਆ ਹੈ, ਬੜੇ ਸੁੰਦਰ ਮਹਿਲਾਂ ਵਿੱਚ ਮਨ ਲੱਗਾ ਰਹਿੰਦਾ ਹੈ ਕਿ ਆਹਾ ਮੇਰੇ ਘਰ ਬੜਾ ਸੋਹਣਾ ਹੈ, ਤੇ ਫਿਰ ਆਪਣੀ ਅੰਗਣਾ ਇਸਤਰੀ ਦੇ ਮੋਹ ਵਿੱਚ ਫਸਿਆ ਹੋਇਆ, ਉਹਦੇ ਨਾਲ ਵਿਸ਼ੇ ਕ੍ਰੀੜਾਂ 'ਚ ਹੀ ਫਸਿਆ ਰਹਿੰਦਾ ਹੈ ਮਨ। ਇਸ ਪ੍ਰਕਾਰ ਜਿਹੜੀਆਂ ਸੇਜਾਂ ਹਨ ਬੜੀਆਂ ਸੁੰਦਰ ਸੁੰਦਰ ਤਰ੍ਹਾਂ ਤਰ੍ਹਾਂ ਦੀਆਂ, ਉਹ ਸਜਾਉਂਦਾ ਰਹਿੰਦਾ ਹੈ। ਇਸ ਪ੍ਰਕਾਰ ਕਹਿੰਦੇ ਹਨ ਸੁੰਦਰ ਮੰਦਰ ਅੰਗਨਾ ਸੇਜਾ। ਜਿਹੜੇ ਸੁੰਦਰ ਮਹਿਲ ਹਨ, ਘਰ ਜਿਹੜੇ ਬੜੀਆਂ ਬੜੀਆਂ ਮਾੜੀਆਂ ਬਣਾਈਆਂ ਹਨ, ਅੰਗਨਾ ਜੋ ਇਸਤਰੀ ਹੈ ਤੇ ਜਿਹੜੀਆਂ ਸੁੰਦਰ ਸੇਜਾਵਾਂ ਹਨ। ਅੰਤ ਸਮੇਂ ਜਮ ਗਹਿ ਕਰ ਲੈ ਜਾ। ਤੇ ਅੰਤ ਦੇ ਸਮੇਂ ਜਮ ਜਿਹੜਾ ਹੈ ਉਹ ਸੇਜ ਤੋਂ ਹੀ ਪਕੜ ਕੇ ਲੈ ਜਾਂਦਾ ਹੈ। ਇਸ ਪ੍ਰਕਾਰ ਜਿਹੜੀਆਂ ਸੇਜਾਂ ਵੀ ਉੱਥੇ ਹੀ ਰਹਿ ਜਾਂਦੀਆਂ, ਇਸਤਰੀ ਵੀ ਉੱਥੇ ਹੀ ਰਹਿ ਜਾਂਦੀ ਹੈ। ਸਾਰੇ ਇਸ ਪ੍ਰਕਾਰ ਜਿਹੜੇ ਸੁੰਦਰ ਮਹਿਲ ਹਨ, ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਮਹਿਲ ਨ ਸੱਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ, ਬਹਿਸਨ ਰੂਹਾਂ ਮਲ। ਫਿਰ ਉਹ ਗੋਰਾਂ ਦੇ ਵਿੱਚ ਕਬਰਾਂ 'ਚ ਜਾ ਕਰਕੇ ਪੈਂਦੇ ਆ ਨਾ। ਇਸ ਪ੍ਰਕਾਰ ਕਹਿੰਦੇ ਆ ਕਿ ਇਹ ਸੁੰਦਰ ਸੇਜਾਵਾਂ, ਸੁੰਦਰ ਇਸਤਰੀਆਂ ਤੇ ਸੁੰਦਰ ਜਿਹੜੇ ਮਹਿਲ ਹਨ, ਉਹ ਛਿਨ ਮਾਤਰ ਛੋੜ ਖਿਨੈ ਮਹਿ ਜਾਵਤ ਹੈ। ਖਿਨ ਮਾਤਰ ਸਮੇਂ ਵਿੱਚ ਹੀ ਛੱਡ ਕਰਕੇ ਹੈ ਜੀਵ, ਜਿਨ੍ਹਾਂ ਵਿੱਚ ਜਾ ਸਿਉ ਰਾਚ ਮਾਚ ਤੋਂ ਲਾਗੇ, ਉਹ ਮੋਹਨੀ ਮੋਹਾਵਤ ਹੈ। ਜਿਨ੍ਹਾਂ ਵਿੱਚ ਤੂੰ ਰਚਿਆ ਮਿਚਿਆ ਨਾ, ਇਹ ਮਾਇਆ ਤੈਨੂੰ ਮੋਹਿਤ ਕਰ ਰਹੀ ਹੈ, ਇਹ ਤੈਨੂੰ ਫਸਾ ਰਹੀ ਹੈ। ਵਾਹਿਗੁਰੂ ਨਾਮ ਨੂੰ ਤੂੰ ਭੁਲਾ ਲਿਆ, ਭਜਨ ਵਿੱਚ ਆਪਣਾ ਚਿੱਤ ਨਹੀਂ ਤੂੰ ਜੋੜਦਾ ਹੈ, ਇਹਨਾਂ ਰਸਾਂ ਕਸਾਂ ਵਿੱਚ ਹੈ ਮਨਾ ਤੂੰ ਲੱਗ ਗਿਆ ਹੈ। ਚਤੁਰੰਗਨ ਤੁਜਨੀ ਬਲ ਧਰਨੀ। ਫਿਰ ਕਹਿੰਦੇ ਬਲ ਦੇ ਸਹਿਤ ਜਿਹੜੀ ਬਲ ਨੂੰ ਧਾਰਨ ਕਰਨ ਵਾਲੀ 4 ਪ੍ਰਕਾਰ ਦੀ ਜਿਹੜੀ ਤੁਜਨੀ ਸੈਨਾ ਮੰਨੀ ਜਾਂਦੀ ਹੈ। ਰਾਜੇ ਬੜੀ ਆਪਣੀ ਸੈਨਾ ਤੇ ਮਾਣ ਕਰਦੇ ਆ। 4 ਪ੍ਰਕਾਰ ਦੀ ਕਹਿੰਦੇ, ਜਿਵੇਂ ਹਾਥੀਆਂ ਦੀ ਸੈਨਾ ਹੁੰਦੀ ਹੈ, ਫਿਰ ਰਥਾਂ ਦੀ ਸੈਨਾ ਹੁੰਦੀ ਹੈ, ਘੋੜਸਵਾਰ ਸੈਨਾ ਹੁੰਦੀ ਹੈ, ਪੈਦਲ ਸੈਨਾ ਹੁੰਦੀ ਹੈ। ਇਸ ਪ੍ਰਕਾਰ 4 ਪ੍ਰਕਾਰ ਦੀ ਜਿਹੜੀ ਇਸ ਪ੍ਰਕਾਰ ਸੈਨਾ ਮੰਨੀ ਜਾਂਦੀ ਹੈ। ਤੇ ਛਿਨ ਕਾਹੋ ਨਾ ਤੇ ਹੋਏ ਕਰਨੀ। ਤੇ ਸਮੇਂ ਜਿਹੜੀ ਹੈ ਕਿਸੇ ਕੋਲੋਂ ਵੀ ਕਰਨੀ ਨਹੀਂ ਕੋਈ ਹੁੰਦੀ, ਕੋਈ ਬਚਾ ਨਹੀਂ ਸਕਦਾ ਹੈ।
ਕੋਈ ਰੱਖ ਨਹੀਂ ਸਕਦਾ ਹੈ। ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ। ਤੇ ਜਦੋਂ ਹੁੰਦੀ ਆਗਿਆ ਮੇਰੇ ਭਗਵਾਨ ਪੁਰਖ ਦੀ, ਵਾਹਿਗੁਰੂ ਦੀ, ਉਦੋਂ ਕੀੜੀ ਵੀ ਸਾਹ ਖਿੱਚ ਲੈਂਦੀ ਹੈ। ਫਿਰ ਕਿਸੇ ਪ੍ਰਕਾਰ ਜਿਹੜਾ ਹੈ ਨਾ, ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸ਼ਾ। ਚਾਰ ਸਫੇਰੇ ਸੂਰਮੇ ਖਲੋਤੇ ਹੋਣ, ਚਾਰ ਪ੍ਰਕਾਰ ਦੀ ਸੈਨਾ ਖਲੋਤੀ ਹੋਵੇ, ਪਰ ਕਾਲ ਉਥੋਂ ਵੀ ਕੱਢ ਕੇ ਲੈ ਜਾਂਦਾ ਹੈ, ਵੱਡੇ ਵੱਡੇ ਕਿਲਿਆਂ ਚੋਂ ਕੱਢ ਕੇ ਲੈ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਜਿਹੜੇ ਕਾਇਰ ਬਣ ਕਰਕੇ ਸਾਹਮਣੇ ਨਹੀਂ ਮੈਦਾਨੇ ਜੰਗ ਵਿੱਚ ਹੋ ਕਰਕੇ ਲੜ ਸਕਦੇ, ਵੇਖੋ ਮੌਤ ਤਾਂ ਕਿਸੇ ਘਰ ਵਿੱਚ ਪਿੰਡ ਵਿੱਚ ਰਹਿੰਦਾ ਹੈ, ਤੇ ਪਤਾ ਨਹੀਂ ਮਹਾਰਾਜ ਕਹਿੰਦੇ ਜਮ ਨੂੰ ਕਿਨ ਕਹਿ ਦਿੱਤਾ ਕਿ ਉਹਦਾ ਆਹ ਐਡਰੈਸ ਵੈ, ਆਹ ਉਹਦਾ ਘਰ ਵੈ, ਤੇ ਕਾਲ ਉੱਥੋਂ ਵੀ ਉਹਨੂੰ ਚੁੱਕ ਕੇ ਲੈ ਹੀ ਜਾਂਦਾ ਹੈ। ਤੇ ਕਿਉਂ ਭੀਰੂ ਬਣ ਕੇ, ਕਾਇਰ ਬਣ ਕਰਕੇ ਕਿਉਂ ਮਰਨਾ? ਮਰਨਾ ਤਾਂ ਇੱਕ ਦਿਨ ਹੈਗਾ ਹੀ ਹੈ। ਸੂਰਬੀਰਾਂ ਦੀ ਤਰ੍ਹਾਂ ਮੈਦਾਨੇ ਜੰਗ ਵਿੱਚ ਲੜਨਾ। ਫਿਰ ਮਹਾਰਾਜ ਕਹਿੰਦੇ, ਭਾਈ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਨਾ, ਇਹ ਦੋਵੇਂ ਵੱਡੇ ਕਰਮ ਹੈ, ਜਿਹੜੇ ਇਉਂ ਆਪਣੀ ਜ਼ਿੰਦਗੀ ਦੇ ਸਵਾਸਾਂ ਦੇ ਪ੍ਰੇਮੀ ਹੋਏ ਰਹਿੰਦੇ ਆ। ਮੌਤ ਤਾਂ ਇੱਕ ਦਿਨ ਜਿਹੜੀ ਉਹ ਆ ਜਾਂਦੀ ਹੈ। ਭਜਨ ਨਹੀਂ ਕਰਦੇ ਤੇ ਜਨਮ ਸਾਰਾ ਫਿਰ ਨਿਸਫਲ ਚਲਿਆ ਜਾਂਦਾ। ਇਸ ਪ੍ਰਕਾਰ ਹੀ ਦੇਹ ਛਿਨ ਕਾਹੋ ਨਾ ਤੇ ਹੋਏ ਕਰਨੀ, ਤੇ ਸਮੇਂ ਕਿਸੇ ਕੋਲੋਂ ਵੀ ਕੋਈ ਕਾਰਜ ਨਹੀਂ ਸੌਰਦਾ, ਕੋਈ ਪੁਰਾਣਾ ਨੂੰ ਰੱਖ ਨਹੀਂ ਸਕਦਾ ਹੈ। ਗੱਜ ਬਾਜੀ ਸਯੰਦਨ ਬਹੁ ਰੰਗੇ, ਜਿਹੜੇ ਗੱਜ ਇਸ ਪ੍ਰਕਾਰ ਹਾਥੀ, ਬਾਜੀ, ਘੋੜੇ, ਤੇ ਜਿਹੜੇ ਇਸ ਪ੍ਰਕਾਰ ਸਿਅੰਦਨ ਜਿਹੜੇ ਰੱਥ ਹਨ, ਬਹੁਤ ਜ਼ਿਆਦਾ ਇਸ ਪ੍ਰਕਾਰ। ਹੋਤ ਕੋਸ਼ ਗਮਨੇ ਪਗ ਨੰਗੇ, ਜਿੰਨੇ ਮਰਜੀ ਕੋਸ਼ ਖਜ਼ਾਨੇ ਹੋਣ, ਨੰਗੇ ਪੈਰੀ ਹੀ ਗਮਨ ਕਰਨਾ ਪੈਂਦਾ ਹੈ, ਚੱਲਣਾ ਪੈਂਦਾ ਹੈ। ਜਿਹੜੀ ਆ ਚਲਤੀ ਬਾਰ, ਜਿਹੜੀ ਭਾਵ ਚੱਲਣ ਲੱਗਿਆ ਕੋਈ ਵੀ ਚੀਜ਼ ਜਿਹੜੀ ਹੈ ਤੂੰ ਨਾਲ ਨਹੀਂ ਲੈ ਕੇ ਜਾ ਸਕੇਗਾ। ਸਿਕੰਦਰ ਨੇ ਵੀ ਮਰਨ ਲੱਗਿਆ ਕਹਿਤਾ ਸੀ, ਜਨਾਜ਼ਾ ਜਦੋਂ ਮੇਰਾ ਉਠਾਓਗੇ ਮੇਰੇ ਹੱਥ ਤੇ ਬਾਹਰ ਕੱਢ ਦਿਓ, ਪਤਾ ਲੱਗ ਜੇ ਕਿ ਸਿਕੰਦਰ ਜਿਹੜਾ ਸੀ ਉਹ ਖਾਲੀ ਹਾਥੀ ਸੰਸਾਰ ਤੋਂ ਗਿਆ ਹੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਆ, ਜਿੰਨੇ ਮਰਜੀ ਭਾਵੇਂ ਹਾਥੀ ਹੈ, ਘੋੜੇ ਹੈ, ਰੱਥ ਹੈ, ਬਹੁਤ ਸਾਰੀਆਂ ਇਸ ਪ੍ਰਕਾਰ ਸੁੱਖ ਸਵਾਰੀਆਂ ਹਨ, ਅੰਤ ਦੇ ਸਮੇਂ ਖਾਲੀ ਹਾਥੀ ਜਾਵੇਂਗਾ। ਜਿੰਨੇ ਮਰਜੀ ਕੋਸ਼ ਖਜ਼ਾਨੇ ਭਾਵੇਂ ਮਾਇਆ ਦੇ ਭਰੇ ਹੋਏ ਹੈ, ਇਹਨਾਂ ਦੇ ਆਸਰੇ ਤੇ ਆਪਣਾ ਜੀਵਨ ਬਤੀਤ ਕਰ ਰਿਹਾ, ਭਜਨ ਨਹੀਂ ਕਰਦਾ, ਜਿਹੜਾ ਖਾਲੀ ਹੱਥ ਸਭ ਕੁਝ ਛੱਡ ਕੇ ਇੱਥੋਂ ਜਾਣਾ ਪਵੇਗਾ। ਸਿਵਕਾ ਡੋਰੇ ਤਜ ਕਰ ਨਾਨਾ, ਤੇ ਨਾਨਾ ਪ੍ਰਕਾਰ ਦੀ ਜਿਹੜੀਆਂ ਇਸ ਪ੍ਰਕਾਰ ਸੁਖ ਪਾਲਕੀਆਂ ਹਨ, ਡੋਲੇ ਹਨ, ਇਹ ਸੁਖ ਸਵਾਰੀਆਂ ਜਿਹੜੀਆਂ ਉਸ ਸਮੇਂ ਮੰਨੀਆਂ ਜਾਂਦੀਆਂ ਸੀ। ਅੱਜ ਕੱਲ੍ਹ ਸੋਹਣੀਆਂ ਗੱਡੀਆਂ ਲਾ ਲਓ। ਇਸ ਪ੍ਰਕਾਰ ਸਿਵਕਾ ਡੋਰੇ ਫਿਰ ਪੜੋ, ਸਿਵਕਾ ਡੋਰੇ ਤਜ ਕਰ ਨਾਨਾ, ਨਾਨਾ ਪ੍ਰਕਾਰ ਦੀਆਂ ਜਿਹੜੀਆਂ ਸਵਾਰੀਆਂ ਹਨ, ਸੁਖ ਪਾਲਕੀਆਂ ਤੇ ਡੋਲੇ ਆਦਿਕ। ਨਾਮ ਬਿਨਾ ਜਮਪੁਰੀ ਪਿਆਨਾ, ਨਾਮ ਤੋਂ ਬਿਨਾ ਜਿਹੜਾ ਜੇ ਹੋਵੇਗਾ ਨਾ, ਤੇ ਜਮਾਂ ਦੀ ਪੁਰੀ ਨੂੰ ਤੈਨੂੰ ਪਿਆਨਾ ਕਰਨਾ ਪਵੇਗਾ, ਚੱਲਣਾ ਪਵੇਗਾ ਜਮਾਂ ਦੇ ਘਰ ਵੱਲ ਨੂੰ, ਨਰਕਾਂ ਨੂੰ ਜਾਣਾ ਪਵੇਗਾ। ਨਾਮ ਤੋਂ ਜੇ ਸਖਣਾ ਹੋਇਆ, ਨਾਮਹੀਨ ਆਸ ਸਵਾਸ ਸਹਿਤ ਹੈ, ਨਾਮ ਤੋਂ ਹੀਣਾ ਸਰੀਰ ਜਿਹੜਾ ਹੈ, ਇਹੋ ਜਿਹਾ ਜਿਹੜਾ ਸਵਾਸ ਲੈ ਰਿਹਾ ਹੈ, ਕਹਿੰਦੇ ਲੈ ਮੈਂ ਵੀ ਤਾਂ ਸਾਹ ਲੈਣਾ ਹੀ ਆ, ਜਿਉਣਾ ਨਾ, ਮੈਨੂੰ ਕੀ ਹੋ ਚੱਲਿਆ। ਕਵੀਰਾਜ ਕਹਿੰਦੇ ਜਿਹੜਾ ਭਾਈ ਨਾਮ ਤੋਂ ਸਖਣਾ ਨਾ, ਉਹਦੇ ਸਰੀਰ ਵਿੱਚ ਚੱਲਦਾ ਹੋਏ ਜਿਹੜੇ ਸਵਾਸ ਹਨ, ਉਹਦਾ ਸਰੀਰ ਇਸ ਤਰ੍ਹਾਂ ਦਾ ਹੈ, ਜਿਹ ਬਿਦ ਭਸਰਾ ਫੂਕ ਬਹਿਤ ਹੈ। ਜਿਵੇਂ ਕਹਿੰਦੇ ਉਹ ਖੱਲਾਂ ਵਾਲਾ ਚਮੜੇ ਦਾ ਜਿਹੜਾ ਲੋਹਾਰਾਂ ਕੋਲ ਹੁੰਦਾ ਨਾ ਭਸਰਾ, ਉਹ ਹਵਾ ਦਿੰਦਾ ਨਾ, ਉਹਦੇ ਨਾਲ ਅੱਗ ਮੱਚਦੀ ਹੈ। ਕਹਿੰਦੇ ਉਹਦੇ ਵਿੱਚ ਵੀ ਤਾਂ ਹਵਾ ਭਰਦੀ ਹੈ ਤੇ ਫੇਰ ਬਾਹਰ ਨਿਕਲਦੀ ਹੈ। ਉਸ ਭਸਰੇ ਦੀ ਤਰ੍ਹਾਂ ਹੀ ਹੈ ਉਹ ਸਰੀਰ, ਉਹਦੇ ਵਿੱਚ ਕੇਵਲ ਸਵਾਸ ਭਰ ਰਿਹਾ ਹੈ ਤੇ ਬਾਹਰ ਨਿਕਲ ਰਿਹਾ ਹੈ। ਵਿਅਰਥ ਹੈ ਉਹਦੇ ਸਵਾਸ, ਵਿਅਰਥ ਹੈ ਉਸ ਦਾ ਜੀਵਨ, ਅਕਾਰਥ ਹੈ, ਕਿਸੇ ਕੰਮ ਨਹੀਂ। ਵਾਹਿਗੁਰੂ ਨਾਮ ਨਹੀਂ ਜੇ ਆਪਣੀ ਰਸਨਾ ਤੋਂ ਲੈਂਦਾ ਤਾਂ। ਵੇਖੋ ਕਵੀਰਾਜ ਜੀ ਨੇ ਕਿੱਡਾ ਉਸ ਸਰੀਰ ਨੂੰ, ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਸਰੋਤ ਹੈ, ਕਵੀਰਾਜ ਜੋ ਨਾਮ ਦੀ ਮਹਿਮਾ ਕਹਿ ਰਹੇ ਹੈ, ਕਹਿੰਦੇ ਹੈ ਇਹ ਗੁਰੂ ਸਾਹਿਬ ਦੀ ਬਾਣੀ ਵਿੱਚ ਸਭ ਕੁਝ ਉਪਦੇਸ਼ ਦਿੱਤਾ ਹੋਇਆ ਹੈ। ਤਿਉਂ ਕਵੀਰਾਜ ਕਹਿੰਦੇ ਨਾਮ ਤੋਂ ਸਖਣਾ ਜਿਹੜਾ ਸਰੀਰ ਹੈ ਨਾ, ਉਹ ਇਸ ਤਰ੍ਹਾਂ ਦਾ ਹੈ ਜਿਵੇਂ ਉਹ ਖੱਲਾਂ ਵਾਲਾ ਭਸਰਾ ਬਣਿਆ ਹੁੰਦਾ ਤੇ ਉਹਦੇ ਵਿੱਚ ਹਵਾ ਭਰਦੀ ਤੇ ਬਾਹਰ ਨਿਕਲਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਉਹ ਜਿਵੇਂ ਉਹਦੇ ਨਾਲ ਅੱਗ ਮਚਾਉਂਦੇ ਆ ਨਾ, ਅੱਗ ਬਹੁਤ ਜ਼ਿਆਦਾ ਤੇਜ਼ ਬਲ ਪੈਂਦੀ ਆ ਉਹ ਹਵਾ ਦੇ ਫੂਕ ਵੱਜਣੇ ਕਰਕੇ। ਫਿਰ ਇਸੇ ਤਰ੍ਹਾਂ ਕਹਿੰਦੇ ਨਾਮ ਤੋਂ ਸਖਣਾ ਜਿਹੜਾ ਸਰੀਰ ਸਵਾਸਾਂ ਨੂੰ ਲੈਂਦਾ ਨਾ,
ਇਹ ਸਵਾਸ ਫਿਰ ਵਿਕਾਰਾਂ ਦੀ ਅੱਗ ਹੀ ਅੰਦਰ ਮਚਾ ਦਿੰਦੇ ਆ। ਬਹੁਤ ਜ਼ਿਆਦਾ ਭਾਂਬੜੀ ਵਿਕਾਰਾਂ ਦੇ ਬਲਦੇ ਰਹਿੰਦੇ ਆ। ਨਾਮ ਤੋਂ ਸਖਣਾ ਜਿਹੜਾ ਸਰੀਰ ਉਹ ਐਸਾ ਹੈ। ਨਾਮ ਜਪਤ ਸੇ ਵੱਡੇ ਵਡੇਰੇ। ਜਿਹੜੇ ਨਾਮ ਜਪਦੇ ਆ ਉਹ ਵੱਡਿਆਂ ਤੋਂ ਵੀ ਵੱਡੇ ਹਨ। ਉਹਨਾਂ ਦੀ ਬੜੀ ਵੱਡੀ ਮਹਿਮਾ ਹੈ ਨਾਮ ਦੇ ਜਪਣ ਵਾਲਿਆਂ ਦੀ। ਤਿੰਨ ਜਮਦੂਤ ਨਾ ਆਵਤ ਨੇਰੇ। ਜਮਦੂਤ ਤਾਂ ਉਹਨਾਂ ਦੇ ਨੇੜੇ ਤੱਕ ਵੀ ਨਹੀਂ ਆਉਂਦਾ। ਜਿਹੜੇ ਭਜਨ ਕਰਦੇ ਆ, ਵਾਹਿਗੁਰੂ ਮੰਤਰ ਜਪਦੇ ਹਨ, ਉਹਨਾਂ ਦੇ ਨੇੜੇ ਜਮ ਦਾ ਦੂਤ ਜਿਹੜਾ ਉਹ ਨਹੀਂ ਆਉਂਦਾ। ਮੌਤ ਉਹਨਾਂ ਦਾ ਨੇੜਾ ਨਹੀਂ ਕਰਦੀ ਹੈ। ਦੋਹਰਾ ਨਾਮ ਨਾ ਜਪੇ ਅਕਿਰਤ ਘਣ। ਫਿਰ ਹੁਣ ਦੋਹਰੇ ਦੇ ਅੰਦਰ ਜਿਵੇਂ ਕਵੀਰਾਜ ਫਰਮਾਉਂਦੇ ਆ, ਇਹ ਕੱਲ ਨੂੰ ਇੱਥੋਂ ਸਰਵਣ ਕਰਾਂਗੇ, ਦੋਹਰੇ ਤੋਂ ਆਰੰਭ ਕਰ ਲਾਂਗੇ ਕਿ ਜਿਹੜਾ ਨਾਮ ਨਹੀਂ ਜਪਦਾ ਉਹ ਕੈਸਾ ਅਕਿਰਤ ਘਣ। ਕਵੀਰਾਜ ਜੀ ਹੁਣ ਕਹਿ ਰਹੇ ਆ ਜਿਵੇਂ ਨਾਮ ਦੀ ਮਹਿਮਾ ਹੋਰ ਦੱਸਦੇ ਹੋਏ, ਕਿਉਂਕਿ ਜਦੋਂ ਸਰਵਣ ਕਰੀਏ ਨਾ ਤੇ ਸਰਵਣ ਕਰਨ ਨਾਲ ਫਿਰ ਜੇ ਨਹੀਂ ਵੀ ਜਪਦੇ ਜਿੰਨੀ ਪਰਪੱਕਤਾ ਦੇ ਨਾਲ, ਤੇ ਸਰੋਤੇ ਦੇ ਮਨ ਵਿੱਚ ਹੋਰ ਪਰਪੱਕਤਾ ਆ ਜਾਂਦੀ ਹੈ। ਮਨਾ ਨਾਮ ਦੀ ਏਡੀ ਵੱਡੀ ਮਹਿਮਾ ਤੇ ਤੂੰ ਕਿਉਂ ਭੁਲਾਈ ਬੈਠਾ? ਕਿਉਂ ਐਵੇਂ ਨਿਯਮ ਮਾਤਰ ਹੀ ਐਵੇਂ ਬੱਧਾ ਚੱਟੀ ਭਰਨ ਵਾਂਗੂ ਹੀ ਨਿਤਨੇਮ ਕਰਦਾ? ਭਜਨ ਕਰ ਲੈ। ਕਿਨ ਨਾਲ ਜਾਣਾ? ਕੋਈ ਨਾਲ ਨਹੀਂ ਨਿਭਣ ਵਾਲਾ। ਜਿਹੜਾ ਰਿਸ਼ਤਾ ਕੋਈ ਵੀ ਨੇੜੇ ਤੋਂ ਨੇੜੇ ਮਹਾਰਾਜ ਜੀ ਕਹਿੰਦੇ ਨਾਲ ਨਹੀਂ ਨਿਭਦਾ। ਪਤੀ ਪਤਨੀ ਦਾ ਰਿਸ਼ਤਾ ਨਹੀਂ ਨਿਭਦਾ ਹੈ, ਕਿਉਂਕਿ ਉਸ ਸੱਚੇ ਦਰਬਾਰ ਵਿੱਚ ਜੀਵ ਆਇਆ ਵੀ ਇਕੱਲਾ ਇਸ ਸੰਸਾਰ ਵਿੱਚ ਤੇ ਉਸੇ ਦਰਬਾਰ ਵਿੱਚ ਜਾਵੇਗਾ ਵੀ ਇਕੱਲਾ। ਇਸ ਕਰਕੇ ਕੋਈ ਨਾਲ ਨਹੀਂ ਨਿਭਦਾ। ਜੇ ਨਿਭਦਾ ਹੈ ਤਾਂ ਕਵੀਰਾਜ ਕਹਿੰਦੇ ਵਾਹਿਗੁਰੂ ਨਾਮ ਨਾਲ ਨਿਭਦਾ ਹੈ। ਇਸ ਕਰਕੇ ਇਹ ਮਨਾ ਤੂੰ ਨਾਮ ਦੀ ਪੂੰਜੀ ਇਕੱਠੀ ਕਰ ਲੈ। ਇਉਂ ਸੁਣਨ ਨਾਲ, ਸੰਗਤ ਕਰਨ ਨਾਲ ਨਾਮ ਦਾ ਮਹਾਤਮ ਪਤਾ ਲੱਗਦਾ ਹੈ। ਮਨ ਜਾਗਦਾ ਸੁੱਤਾ ਪਿਆ ਭਜਨ ਵਿੱਚ ਲੱਗ ਜਾਂਦਾ ਹੈ ਤੇ ਉਹਦੇ ਸਵਾਸ ਸਫਲੇ ਹੋ ਜਾਂਦੇ ਹੈ। ਇਸੇ ਕਰਕੇ ਮਹਾਰਾਜ ਜੀ ਆਗਿਆ ਕੀਤੀ ਭਾਈ ਸੰਗਤ ਰੋਜ਼ ਕਰੋ। ਰੋਜ਼ ਸੰਗਤ ਕਰਨ ਨਾਲ ਹੋਰ ਨਾਮ ਦੀ ਪ੍ਰੀਤ ਬਣਦੀ ਹੈ, ਹੋਰ ਮਨ ਉਦਮ ਕਰਦਾ ਹੈ, ਨਾਮ ਵਿੱਚ ਪ੍ਰੀਤ ਲੱਗ ਜਾਂਦੀ ਹੈ ਤੇ ਜਨਮ ਜਿਹੜਾ ਹੈ ਉਹ ਫਿਰ ਸਫਲ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਨਾਮ ਦੇ ਜਪਣ ਦੀ ਸਾਨੂੰ ਪ੍ਰੀਤ ਪ੍ਰਾਪਤ ਹੋਵੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਨਾਮ ਜਪਤ ਸੇ ਵੱਡੇ ਵਡੇਰੇ, ਤਿੰਨ ਜਮਦੂਤ ਨਾ ਆਵਤ ਨੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख भंजन गुण तास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे हह पी होवन हार। हे संतह कै सदा संग निधारा आधार। हे ठाकुर हूँ दास रो मैं निर्गुण गुण नहीं कोय। नानक दीजै नाम दान राखो हिय परोए। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो शरधा कर सेवंदे गुर पार उतारन हार। कथा निता प्रत होत है सुनो सो सिंह सुजान। नानक गुरु गोबिंद सिंह जी सदा करੈ कल्याण। नानक गुरु गोबिंद सिंह जी सदा करੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।